ਸੇਵਕ ਜਨ ਮਾਨੈ ਪ੍ਰਤੱਖ ਗੁਰੂ ਨਿਸਤਾਰੇ। ਬਾਣੀ ਫਿਰਲੋ ਵਿਚਾਰਸੀ ਜੇ ਕੋ ਗੁਰਮੁਖ ਹੋਏ। ਇਹ ਬਾਣੀ ਮਹਾਂਪੁਰਖ ਕੀ ਨਿਜ ਘਰ ਵਸਾ ਹੋਏ। ਤਿਸ ਗੁਰ ਕੋ ਹਉ ਵਾਰਿਆ ਜਿਨ ਹਰ ਕੀ ਹਰ ਕਥਾ ਸੁਣਾਈ। ਤਿਸ ਗੁਰ ਕੋ ਸਦ ਬਲਿਹਾਰਣੈ ਜਿਨ ਹਰ ਸੇਵਾ ਬਣਤ ਬਣਾਈ। ਸੋ ਸਤਿਗੁਰ ਪਿਆਰਾ ਮੇਰੇ ਨਾਲ ਹੈ। ਜਿੱਥੇ ਕਿਥੇ ਮੈਨੂੰ ਲੈ ਛੁਡਾਈ। ਤਿਸ ਗੁਰ ਕੋ ਸ਼ਾਬਾਸ ਹੈ। ਜਿਨ ਹਰ ਸੁਜੀ ਪਾਈ। ਨਾਨਕ ਗੁਰ ਵਿਟਹੁ ਵਾਰਿਆ ਜਿਨ ਹਰ ਨਾਮ ਦਿਆ। ਮੇਰੇ ਮਨ ਕੀ ਆਸ ਪੁਰਾਈ। ਬੇਸ਼ੁਮਾਰ ਅਥਾਹ ਅਗਨਤ ਅਤੁਲੈ ਜਿਉ ਲਾਵੇ ਤਿਉ ਨਾਨਕ ਦਾਸ ਬੋਲੇ। ਅਗਮ ਅਗੋਚਰ ਸਚ ਸਾਹਿਬ ਮੇਰਾ। ਨਾਨਕ ਬੋਲੇ ਬੁਲਾਇਆ ਤੇਰਾ ਅਗਮ ਅਗੋਚਰ। ਸਚ ਸਾਹਿਬ ਮੇਰਾ। ਨਾਨਕ ਬੋਲੇ ਬੁਲਾਇਆ ਤੇਰਾ। ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਬਿਨ ਸਤਿਗੁਰ ਭਗਤ ਨਾ ਹੋਵਈ। ਨਾਮ ਨਾ ਲੱਗੈ ਪਿਆਰ। ਜਨ ਨਾਨਕ ਨਾਮ ਰਾਧਿਆ। ਗੁਰ ਕੈ ਏਕ ਪਿਆਰ। ਲੋਭੀ ਕਾ ਸਾਹੁ ਨਾ ਕੀਜੈ। ਜੇ ਕਾ ਪਾਰ ਵਸਾਇ। ਅੰਤ ਕਾਲ ਤਿਥੈ ਧੁਹੈ। ਜਿਥੈ ਹੱਥ ਨਾ ਪਾਇ। ਮਨ ਮੁਖ ਸੇਤੀ ਸੰਗ ਕਰੇ। ਮੋਹਿ ਕਾਲਖ ਦਾਗ ਲਗਾ। ਮੋਹ ਕਾਲੇ ਤਿਨ ਲੋਭੀਆਂ।
ਜਨ ਨਾਨਕ ਹਰਿ ਗੁਣ ਗਾਏ। ਸਤ ਸੰਗਤ ਹਰਿ ਮੇਲ ਪ੍ਰਭ, ਹਰਿ ਨਾਮ ਵਸੈ ਮਨ ਆਏ। ਜਨਮ ਮਰਨ ਕੀ ਮਲ ਉਤਰੈ, ਜਨ ਨਾਨਕ ਹਰਿ ਗੁਣ ਗਾਏ। ਬਿਨ ਸਤਿਗੁਰ ਭਗਤ ਨ ਹੋਵਈ, ਨਾਮ ਨ ਲਗੈ ਪਿਆਰ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਰਮ ਸਤਿਕਾਰ ਤੇ ਸਨਮਾਨਯੋਗ ਚਵਰ ਛਤਰ ਤਖਤ ਦੇ ਮਾਲਕ, ਜੁਗੋ ਜੁਗ ਅਟਲ, ਸਰਬ ਸਾਂਝੀ ਵਾਲਤਾ ਦੇ ਪੈਗੰਬਰ, ਦੀਨ ਅਤੇ ਦੁਨੀਆ ਦੇ ਰਾਖੇ, ਮਨੁੱਖਤਾ ਦੇ ਸਾਂਝੇ ਰਹਿਬਰ, ਗੁਰਤਾ ਗੱਦੀ ਤੇ ਬਿਰਾਜਮਾਨ ਧੰਨ 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 ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ, ਸਤਿਗੁਰਾਂ ਦੀ ਅਪਾਰ ਕਿਰਪਾ ਬਖਸ਼ਿਸ਼ ਰਹਿਮਤ ਦਾ ਸਦਕਾ ਆਪ ਸਰਬੱਤ ਮਾਈ ਭਾਈ ਗੁਰਸਿੱਖ ਸੰਗਤ ਗੁਰਦੁਆਰਾ ਸਿੰਘ ਸ਼ਹੀਦਾਂ ਵਿਖੇ ਹਰ ਰੋਜ਼ ਦੀ ਤਰ੍ਹਾਂ ਅੰਮ੍ਰਿਤ ਵੇਲੇ ਦੇ ਦੀਵਾਨਾਂ 'ਚ ਹਾਜ਼ਰੀ ਭਰ ਕੇ ਆਪਣਾ ਜੀਵਨ ਸਫਲ ਕਰ ਰਹੇ ਹੋ। ਵਡਭਾਗੇ ਹੋ, ਧੰਨਤਾ ਦੇ ਯੋਗ ਹੋ। ਰੱਬੀ ਗੁਰਬਾਣੀ ਦੇ ਨਿਤਨੇਮ ਆਸਾ ਜੀ ਕੀ ਵਾਰ ਦੇ ਕੀਰਤਨ ਸਰਵਣ ਕਰਨ ਦਾ ਸਮਾਂ ਮਿਲਿਆ ਹੈ। ਆਪ ਜੀ ਨੇ ਬਹੁਤ ਪਿਆਰ ਸਤਿਕਾਰ ਨਾਲ ਨਿਤਨੇਮ ਔਰ ਕੀਰਤਨ ਸਰਵਣ ਕੀਤਾ। ਉਪਰੰਤ ਚੱਲ ਰਹੀ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਲੜੀਵਾਰ ਕਥਾ ਗੁਰ ਸ਼ਬਦ ਵਿਚਾਰ ਨਾਲ ਜੁੜਨ ਦਾ ਸਮਾਂ ਵੀ ਪ੍ਰਾਪਤ ਹੋਇਆ। ਸਭ ਤੇ ਉਤਮ ਹਰ ਕੀ ਕਥਾ, ਨਾਮ ਸੁਨਤ ਦਰਦ ਦੁਖ ਲਥਾ। ਸੁਨ ਹਰ ਕਥਾ ਉਤਾਰੀ ਮੈਲ, ਮਨ ਦੀ ਮੈਲ ਉਤਾਰਨ ਦਾ ਜਰੀਆ ਪਰਮਾਤਮਾ ਦੀ ਕਥਾ ਸੁਣਨਾ ਵੀ ਹੈ। ਹਰ ਕੀਆਂ ਕਥਾ ਕਹਾਣੀਆਂ ਗੁਰਮੀਤ ਸੁਣਾਈਆਂ। ਸਤਿਗੁਰਾਂ ਦੀ ਮਹਾਨ ਬਖਸ਼ਿਸ਼ ਦੇ ਨਾਲ ਸਾਨੂੰ ਹਰ ਰੋਜ਼ ਆਪਣੇ ਜੀਵਨ ਦੀ ਘਾੜਤ ਘੜਨ ਵਾਸਤੇ ਸਤਿਗੁਰੂ ਆਪਣੀ ਮੁਬਾਰਕ ਰਸਨਾ ਤੋਂ ਬੇਸ਼ਕੀਮਤੀ ਮਿੱਠੇ ਪਿਆਰੇ ਬੋਲ ਬਖਸ਼ਿਸ਼ ਕਰਦੇ ਨੇ, ਜਿਨ੍ਹਾਂ ਪਾਵਨ ਪਵਿੱਤਰ ਬੋਲਾਂ ਦੇ ਨਾਲ ਅਸੀਂ ਆਪਣੇ ਅੰਦਰਲੇ ਜੀਵਨ ਦੀ ਘਾੜਤ ਕੱਢਣੀ, ਜੀਵਨ ਨੂੰ ਸ਼ਿੰਗਾਰਨਾ, ਉਹਨੂੰ ਤਰਾਸ਼ਣਾ। ਜਿਵੇਂ ਇੱਕ ਪੱਥਰ ਨੂੰ ਘੜ ਕੇ ਮੂਰਤੀ ਬਣ ਜਾਂਦੀ ਹੈ, ਲੋਕ ਉਹਦੀ ਪੂਜਾ ਕਰਦੇ ਨੇ, ਉਹ ਸਤਿਕਾਰਤ ਔਰ ਧਾਰਮਿਕ ਥਾਵਾਂ ਤੇ ਸੁਸ਼ੋਭਿਤ ਕਰਦੇ ਨੇ, ਉਹਦੀ ਪੂਜਾ ਹੁੰਦੀ ਹੈ, ਉਹਨੂੰ ਮੱਥਾ ਟੇਕਦਾ ਹੈ। ਇਸੇ ਕਰਕੇ ਕਿਉਂਕਿ ਉਹਦੀ ਘਾੜਤ ਘੜੀ ਗਈ। जब तराशे नहीं थे तो पत्थर थे, जब तराश दिए तो खुदा बन गए। ते साडी घाड़त सतगुरु आप करते, तिथे घड़िए सुरत मत मन बुद्ध। दुनिया ते कोई इहो जी टकसाल, दुनिया ते कोई इहो जी फैक्ट्री, कोई कारखाना नहीं है, कोई हॉस्पिटल नहीं है जिथे सुरत मत मन बुद्ध की घाड़त घड़ी जाती होवे। इको एक धन धन साहिब श्री गुरु ग्रंथ साहिब पातशाह का दरबार है। साहिब श्री गुरु ग्रंथ साहिब पातशाह का पावन एक घर है, एक गुरमत का स्कूल है, जिथे सतगुरु
ਬਹੁਤ ਹੀ ਸ਼ਿੱਦਤ ਦੇ ਨਾਲ, ਬਹੁਤ ਇਕਾਗਰਤਾ ਦੇ ਨਾਲ ਆਪਣੇ ਸੇਵਕ ਦੀ ਘਾੜ ਤੇ ਘੜ ਕੇ ਉਹਨੂੰ ਸਨਮਾਨਯੋਗ ਔਰ ਸਤਿਕਾਰਯੋਗ ਬਣਾਉਂਦੇ ਨੇ। ਘੜਿਆਂ ਹੋਇਆਂ ਦਾ ਦੁਨੀਆ ਵਿੱਚ ਸਤਿਕਾਰ ਹੁੰਦਾ ਹੈ, ਸਨਮਾਨ ਹੁੰਦਾ ਹੈ, ਉਹਨਾਂ ਦੀ ਕੀਮਤ ਪੈਂਦੀ ਹੈ। ਬੇਤਰਤੀਬੀ ਕੋਈ ਵੀ ਚੀਜ਼ ਚੰਗੀ ਨਹੀਂ ਲੱਗਦੀ, ਤੇ ਯਾਦ ਰੱਖਣਾ ਬੇਤਰਤੀਬਾ ਜੀਵਨ ਵੀ ਚੰਗਾ ਨਹੀਂ ਲੱਗਦਾ। ਕੋਈ ਵੀ ਚੀਜ਼ ਤਾਲ ਵਿੱਚ ਹੋਵੇ ਚੰਗੀ ਲੱਗਦੀ ਹੈ, ਬੇਤਾਲੀ ਹੋਵੇ ਚੰਗੀ ਨਹੀਂ ਲੱਗਦੀ। ਇਹ ਜੀਵਨ ਵੀ ਤਾਲ ਵਿੱਚ ਵੱਜੇ ਤਾਂ ਠੀਕ ਹੈ, ਜੇ ਇਹ ਬੇਤਾਲਾ ਹੋ ਜਾਏ, ਨਾ ਲੋਕ ਵਿੱਚ ਢੋਈ ਨਾ ਪਰਲੋਕ ਵਿੱਚ ਢੋਈ। ਤੋ ਇਸ ਲਈ ਪਾਤਸ਼ਾਹ ਕਹਿੰਦੇ ਨੇ, ਇੱਥੇ ਆਉਣਾ ਹਰ ਰੋਜ਼ ਮੇਰੀ ਕੋਸ਼ਿਸ਼ ਹੈ ਕਿ ਮੈਂ ਤੇਰੀ ਘਾੜਤ ਕਢਾਂ। ਔਰ ਘਾੜਤ ਕਢਾਉਣ ਦਾ ਇੱਕ ਇਹ ਵੀ ਤਰੀਕਾ ਹੁੰਦਾ ਹੈ ਕਿ ਜਿਹੜੀ ਵੀ ਚੀਜ਼ ਤੁਸੀਂ ਕਢਵਾਉਣ ਵਾਸਤੇ ਆਏ ਹੋ, ਮੁਰੰਮਤ ਲਈ ਲੈ ਕੇ ਆਏ ਹੋ, ਉਹ ਕਾਰੀਗਰ ਦੇ ਹੱਥ 'ਚ ਦੇਣੀ ਪੈਂਦੀ ਹੈ। ਜਿਵੇਂ ਇੱਕ ਵਾਰ ਨੌਜਵਾਨ ਬੱਚੀਆਂ ਕਿਸੇ ਲਲਾਰੀ ਨੂੰ ਕਿਹਾ ਕਿ ਸਾਡੇ ਸਿਰ ਦੇ ਦੁਪੱਟੇ ਰੰਗਣੇ ਆ। ਉਹ ਕਹਿੰਦਾ ਰੰਗ ਦਿਆਂਗਾ, ਮੇਰਾ ਤਾਂ ਕੰਮ ਹੀ ਇਹ ਹੈ। ਪਰ ਉਹ ਕਹਿੰਦੀਆਂ ਸ਼ਰਤ ਇਹ ਹੈ ਕਿ ਅਸੀਂ ਸਿਰ ਤੋਂ ਲਾ ਕੇ ਨਹੀਂ ਲੈਣੇ, ਸਿਰ ਤੇ ਵੀ ਲਵਾਂਗੇ ਤੇ ਰੰਗਣੇ ਵੀ। ਉਹ ਕਹਿੰਦਾ ਇਹ ਨਹੀਂ ਹੋਣਾ, ਜੇ ਇਹ ਦੁਪੱਟੇ ਰੰਗਾਉਣੇ ਆ ਤਾਂ ਲਾ ਕੇ ਦੇਣੇ ਪੈਣਗੇ। ਮੈਂ ਰੰਗ ਕੇ ਵਾਪਸ ਦੇ ਦਿਆਂਗਾ, ਮੈਂ ਰੱਖ ਕੀ ਕਰਨਾ। ਅੱਜ ਇਨਸਾਨ ਦੀ ਸੋਚ ਵੀ ਇਹੀ ਹੈ, ਮਨ ਦੇਣਾ ਵੀ ਨਹੀਂ ਚਾਹੁੰਦਾ ਤੇ ਰੰਗਾਉਣਾ ਵੀ ਚਾਹੁੰਦਾ ਹੈ। ਇਹ ਜੀਵਨ ਗੁਰੂ ਨੂੰ ਦੇਣਾ ਵੀ ਨਹੀਂ ਚਾਹੁੰਦਾ ਤੇ ਘਾੜਤ ਵੀ ਕਰਨੀ ਚਾਹੁੰਦਾ। ਕੋਈ ਮਰੀਜ਼ ਹਸਪੀਟਲ ਵਿੱਚ ਦਾਖਲ ਵੀ ਨਾ ਹੋਵੇ ਤੇ ਕਦੇ ਠੀਕ ਵੀ ਹੋ ਜਾਵਾਂ, ਇਹ ਨਹੀਂ ਹੋਣਾ। ਉਹ ਡਾਕਟਰ ਕਹੇਗਾ ਇੱਥੇ 2-4 ਮਹੀਨੇ ਰਹਿ, ਮੈਂ ਆਪਣੀ ਦੇਖ ਰੇਖ 'ਚ ਠੀਕ ਕਰਕੇ ਤੋਰ ਦਿਆਂਗਾ। ਸਤਸੰਗ ਵੀ ਕੋ ਹਸਪੀਟਲ ਹੈ ਜਿੱਥੇ ਵਿਕਾਰਾਂ ਦਾ ਇਲਾਜ ਹੁੰਦਾ ਹੈ। 5 ਵਿਕਾਰਾਂ ਦਾ ਜਿਹੜਾ ਉਹਨਾਂ ਨੇ ਇਸ ਮਨ ਨੂੰ ਸੜਿਆ ਹੋਇਆ ਨਾ, ਉਸ ਸੜੇ ਹੋਏ ਮਨ ਦਾ ਇਲਾਜ ਇਹ ਸਤਸੰਗ ਰੂਪੀ ਹਸਪਤਾਲ ਵਿੱਚ ਸਤਿਗੁਰੂ ਆਪਣੀ ਦੇਖ ਰੇਖ ਵਿੱਚ ਕਰਦੇ ਆ। ਪਰ ਤਾਂ ਹੁੰਦਾ ਜੇ ਕੋਈ ਇੱਥੇ ਆਪਣੇ ਆਪ ਨੂੰ ਦਾਖਲ ਕਰਾ ਦੇ। ਖੈਰ, ਸਤਿਗੁਰੂ ਪਾਤਸ਼ਾਹ ਨੇ ਜੋ ਅੱਜ 2 ਸ਼ਲੋਕ ਬਖਸ਼ਿਸ਼ ਕੀਤੇ ਨੇ, ਬਹੁਤ ਹੀ ਭਾਵਪੂਰਤ ਨੇ। ਕੋਈ ਵੀ ਸ਼ਬਦ ਬੇਮਾਇਨਾ ਨਹੀਂ ਹੈ। ਧੰਨ ਗੁਰੂ ਨਾਨਕ ਸਾਹਿਬ ਪਹਿਲੇ ਦਿਨ ਪੜ੍ਹਨ ਗਏ ਸੀ ਤੇ ਪਾਂਧਾ ਜੀ ਨੇ ਇੱਕ ਪੜਾਇਆ, ਅਲਫ ਜਿਹਨੂੰ ਫਾਰਸੀ 'ਚ ਕਹਿੰਦੇ ਆ, ਅਲਫ ਇੱਕ ਨੂੰ ਕਿਹਾ ਜਾਂਦਾ। ਜਦੋਂ ਦੂਸਰਾ ਅੱਖਰ ਪੜਾਉਣ ਲੱਗਿਆ, ਪਾਤਸ਼ਾਹ ਕਹਿੰਦੇ ਪਹਿਲਾਂ ਮੈਨੂੰ ਪਹਿਲੇ ਅੱਖਰ ਦਾ ਮਤਲਬ ਦੱਸ ਕੀ ਹੈ। ਉਹ ਕਹਿੰਦੇ ਇੱਕ ਅੱਖਰ ਦਾ ਤਾਂ ਮਤਲਬ ਕੋਈ ਬਣਦਾ ਹੀ ਨਹੀਂ, 2-3 ਅੱਖਰ ਇਕੱਠੇ ਹੋਣ ਸ਼ਬਦ ਬਣੇ, ਫਿਰ ਉਹਦਾ ਮੀਨਿੰਗ ਬਣਦਾ, ਮਤਲਬ ਬਣਦਾ, ਅਰਥ ਬਣਦਾ। ਇੱਕ ਦਾ ਮੈਂ ਕੀ ਬਣਾਵਾਂ? ਇੱਕ ਅੱਖਰ ਦਾ ਕੋਈ ਮਾਇਨਾ ਨਹੀਂ। ਗੁਰੂ ਨਾਨਕ ਸਾਹਿਬ ਕਹਿੰਦੇ ਫਿਰ ਬੇਮਾਇਨੇ ਅੱਖਰ ਮੈਂ ਵੀ ਨਹੀਂ ਪੜ੍ਹਨੇ। ਮੈਂ ਅੱਖਰ ਪੜ੍ਹਨੇ ਹੀ ਉਹ ਨੇ ਜਿਹਦਾ ਮਤਲਬ ਕੋਈ ਹੋਵੇ। ਤੂੰ ਕਹਿੰਦਾ ਇੱਕ ਦਾ ਮਤਲਬ ਕੋਈ ਨਹੀਂ, ਪਰਮਾਤਮਾ ਤਾਂ ਹੈ ਹੀ ਇੱਕ। ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਦਾ ਸਾਰਾ ਸਰੂਪ ਗੁਰਮੁਖੀ 'ਚ ਹੈ। ਪੰਜਾਬੀ ਗੁਰਮੁਖੀ ਚਲੋ ਕਹਿ ਲਈਏ ਅਸੀਂ, ਲੇਕਿਨ ਆਰੰਭਤਾ ਵਿੱਚ ਪਹਿਲਾ ਅੱਖਰ ਜਿਹੜਾ ਉਹ ਗਿਣਤੀ ਦਾ ਲਾਇਆ, ਏਕਾ। ਕਿਉਂਕਿ ਉਸ ਇੱਕ ਤੋਂ ਬਿਨਾਂ ਉਹਦਾ ਕੋਈ ਹੋਰ ਅਰਥ ਹੀ ਨਹੀਂ ਬਣਦਾ। ਏਕਾ ਪਾ ਦਿੱਤਾ ਮਤਲਬ ਇੱਕ ਬਸ। ਜੇ ਈੜੀ ਸਿਆਰੀ ਇੱਕ ਵਾਲਾ ਏਕਾ ਹੁੰਦਾ ਤਾਂ ਇੱਥੇ ਗ੍ਰਾਮਰ ਵਾਲਿਆਂ ਨੇ, ਵਿਆਕਰਨ ਵਾਲਿਆਂ ਨੇ ਪਤਾ ਨਹੀਂ ਅਰਥ ਕੀ ਦੇ ਕੀ ਬਣਾ ਦੇਣੇ ਸੀ। ਈੜੀ ਨੂੰ ਸਿਆਰੀ ਜੀ ਕੱਕੇ ਨੂੰ ਔਂਕੜੇ ਦਾ ਅਰਥ ਇਹ ਬਣੇਗਾ, ਈੜੀ ਨੂੰ ਸਿਆਰੀ ਕੱਕੇ ਨੂੰ ਸਿਆਰੀ ਦਾ ਅਰਥ ਇਹ ਬਣਨਾ, ਈੜੀ ਨੂੰ ਸਿਆਰੀ ਕੱਕਾ ਮੁਕਦਾ ਅਰਥ ਇਹਦੇ ਅਰਥ ਇਹ ਬਣਨੇ ਆ। ਇੱਕ ਗਿਣਤੀ ਦਾ ਹਿਸਾਬ ਦਾ ਏਕਾ 35 ਅੱਖਰੀ ਚੋਂ ਇੱਕ ਏਕਾ ਲਿਆ ਹਿਸਾਬ ਦੇ ਵਿੱਚੋਂ, ਗਣਤ ਵਿੱਚੋਂ 35 ਅੱਖਰੀ ਦੇ ਸ਼ਬਦਾਂ ਨਾਲ ਤਾਂ ਗੁਰੂ ਗ੍ਰੰਥ ਸਾਹਿਬ ਲਿਖਿਆ, ਲੇਕਿਨ ਗਿਣਤੀ ਦੇ ਇੱਕ ਏਕੇ ਦਾ ਦੂਸਰਾ ਅਰਥ ਕੋਈ। ਤਾਂ ਕਹਿਣ ਦਾ ਮਤਲਬ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਦਾ ਇੱਕ ਇੱਕ ਅੱਖਰ ਕਰੋੜਾਂ ਬ੍ਰਹਮੰਡਾਂ ਦਾ ਗਿਆਨ ਲੈ ਬੈਠਾ। ਔਰ ਜੁਗਾਂ ਜੁਗਾਂਤਰਾਂ ਤੱਕ, ਜਦੋਂ ਤੱਕ ਦੁਨੀਆ ਨੇ ਰਹਿਣਾ ਹੈ। ਔਰ
ਔਰ ਜਦੋਂ ਸਾਡੇ ਚੋਂ ਕੋਈ ਵੀ ਨਹੀਂ, ਉਦੋਂ ਵੀ ਗੁਰੂ ਗ੍ਰੰਥ ਸਾਹਿਬ ਦੁਨੀਆ ਦੀ ਅਗਵਾਈ ਕਰਨਗੇ। ਇੱਥੇ ਹਰ ਵੇਲੇ, ਹਰ ਪਲ, ਹਰ ਟਾਈਮ, ਹਰ ਦਿਨ ਧੰਨ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਕੋਲੇ ਦੁਨੀਆ ਨੂੰ ਕੁਛ ਨਾ ਕੁਛ ਕਹਿਣ ਵਾਸਤੇ ਹੈ। ਕਿਸੇ ਕੋਲੇ ਸਮਾਂ ਨਾ ਹੋਵੇ ਬੈਠਣ ਦਾ, ਗੱਲ ਵੱਖਰੀ, ਲੇਕਿਨ ਇੱਥੇ ਖਜ਼ਾਨਾ ਮੁੱਕਣ ਵਾਲਾ। ਕੋਈ ਘੰਟੇ ਤੋਂ ਵੱਧ ਨਾ ਬੈਠ ਸਕਦਾ ਹੋਵੇ, 2 ਘੰਟਿਆਂ ਤੋਂ ਵੱਧ ਨਾ ਬੈਠ, ਉਹਦੀ ਮਜਬੂਰੀ ਹੋ ਸਕਦੀ ਆ, ਇਹ ਉਹਦੀ ਦਿੱਕਤ ਹੈ। ਲੇਕਿਨ ਗੁਰੂ ਸਾਹਿਬ ਕਹਿੰਦੇ ਇਹ ਨਹੀਂ ਕਿ ਮੇਰੇ ਕੋਲੇ ਗਿਆਨ ਮੁੱਕ ਗਿਆ ਤੂੰ ਚਲਾ ਜਾ। ਇੱਥੇ ਦਿਨ ਰਾਤ ਜਿੰਨੇ ਮਰਜ਼ੀ ਦਿਨ ਆਈ ਜਾਣ, ਰਾਤਾਂ ਆਈ ਜਾਣ ਤੇ ਜਾਈ ਜਾਣ, ਜਿੰਨੇ ਮਰਜ਼ੀ ਸਾਲ ਬਦਲੀ ਜਾਣ, ਇਹਦਾ ਗਿਆਨ ਜੁਗੋ ਜੁਗ ਘਟਦਾ। ਇਹ ਗਿਆਨ ਨੇ ਨਾ ਘਟਣਾ ਤੇ ਨਾ ਕਦੇ ਚ ਟੋਟਾ ਆਉਣਾ। ਤੇ ਚਰ ਮੂਲ ਨਾ ਥੁੜੀ ਤੋਂ ਜਿਚਰ ਆਪ ਕਿਰਪਾਲ, ਸ਼ਬਦ ਅਖੁੱਟ ਬਾਬਾ ਨਾਨਕ ਖਾਏ ਕਰਚ ਧੰਨਵਾਦ। तो ਅੱਜ ਪਾਤਸ਼ਾਹ ਕਹਿ ਰਹੇ ਆ ਕਿ ਜਿਹੜੇ ਇਹ 2 ਪਾਵਨ ਪਵਿੱਤਰ ਸ਼ਲੋਕ, ਉਹਨਾਂ ਦਾ ਜਿਹੜਾ ਤਤ ਸਿਧਾਂਤ ਹੈ, ਕਿਉਂਕਿ ਅਸੀਂ ਸਿਧਾਂਤ ਨਾਲ ਜੁੜਨਾ ਹੈ, ਅਸੀਂ ਤਤ ਨਾਲ ਜੁੜਨਾ ਹੈ। ਸੰਤੋ ਮੱਖਣ ਖਾਇਆ, ਛਾਛ ਪੀਆ ਸੰਸਾਰ। ਦੁੱਧ ਨੂੰ ਰਿੜਕਦੇ ਹੋ ਤੇ ਉਹਦੇ ਤੱਤ ਨੂੰ ਤੁਸੀਂ ਕੋਲ ਰੱਖਦੇ ਹੋ, ਲੱਸੀ ਵਰਤਾ ਦਿੰਦੇ ਹੋ। ਇਸੇ ਤਰ੍ਹਾਂ ਹੀ ਹਰ ਕਾ ਬਿਲੋਵ ਨਾ ਬਿਲੋਵੋ ਮੇਰੇ ਭਾਈ, ਸਹਿਜ ਬਿਲੋਵੋ ਜੈਸੇ ਤਤ ਨਾ ਜਾਈ। ਸਾਡੇ ਅੰਦਰ ਵੀ ਅਸੀਂ ਉਹ ਤੱਤ ਪਰਮਾਤਮਾ ਦੇ ਨਾਮ ਦਾ ਉਹ ਇਕੱਠਾ ਕਰਨਾ ਹੈ। ਇਸੇ ਤਰ੍ਹਾਂ ਹੀ ਕੋਈ ਵੀ ਸ਼ਲੋਕ, ਕੋਈ ਪੌੜੀ, ਕੋਈ ਸ਼ਬਦ, ਕੋਈ ਅਸ਼ਟਪਦੀ, ਕੋਈ ਵਾਰ ਚੋਂ ਅਸੀਂ ਸਰਵਣ ਕਰਦੇ ਹਾਂ, ਉਹਦਾ ਇੱਕ ਤੱਤ ਸਿਧਾਂਤ, ਇੱਕ ਮੈਸੇਜ ਹੁੰਦਾ ਹੈ, ਇੱਕ ਉਪਦੇਸ਼, ਡਿਜੀਟਲ ਵੇਟ ਜਿਹਨੂੰ ਆਪਾਂ ਅੱਜ ਦੀ ਭਾਸ਼ਾ 'ਚ ਕਹਿ ਦਈਏ, ਉਹਦੇ ਰੂਪ ਵਿੱਚ ਇੱਕ ਸੁਨੇਹਾ ਦਿੱਤਾ ਹੁੰਦਾ ਵੀ ਅੱਜ ਦੇ ਇਸ ਪਾਵਨ ਸ਼ਬਦ ਦਾ ਮਨੋਰਥ, ਇਸ ਸਾਰਥਕ ਵਿਚਾਰ, ਇਹਦਾ ਤੱਤ ਭਾਵ ਕੀ ਹੈ, ਸਤਿਗੁਰਾਂ ਨੇ ਅੱਜ ਕਿਹਾ ਕੀ ਹੈ। ਕਈ ਵਾਰ ਸਾਰੀਆਂ ਪੰਕਤੀਆਂ ਦੇ ਅਰਥ ਨਹੀਂ ਯਾਦ ਰਹਿੰਦੇ, ਲੇਕਿਨ ਉਹਦਾ ਤੱਤ ਸਿਧਾਂਤ ਕਈ ਵਾਰ ਯਾਦ ਰਹਿ ਜਾਂਦਾ। ਇਸ ਲਈ ਪਾਤਸ਼ਾਹ ਕਹਿ ਰਿਹਾ ਪਹਿਲੇ ਸ਼ਲੋਕ ਵਿੱਚ, ਜਿਹੜਾ 39 ਨੰਬਰ ਸ਼ਲੋਕ ਹੈ, ਸ਼ਲੋਕ 12 ਦੇ ਵਧੀਕ ਅੰਦਰ ਧੰਨ ਗੁਰੂ ਅਮਰਦਾਸ ਪਾਤਸ਼ਾਹ ਦੇ ਪਾਵਨ ਬਚਨ ਨੇ, ਸਤਿਗੁਰੂ ਤੋਂ ਬੇਮੁਖ ਹੋ ਕੇ ਪ੍ਰਭੂ ਦੀ ਪ੍ਰੇਮਾ ਭਗਤੀ ਨਹੀਂ ਹੋ ਸਕਦੀ। ਇਹਨਾਂ ਸ਼ਬਦਾਂ ਦੀ ਵਿਚਾਰ ਆਪਾਂ ਕਿੰਨੇ ਵਾਰ ਕਰ ਚੁੱਕੇ ਹਾਂ ਤੇ ਵਾਰ-ਵਾਰ ਆ ਰਹੀ ਹੈ। ਬੇਮੁਖ ਹੋ ਕੇ ਕੀ ਹੁੰਦਾ ਹੈ, ਗੁਰੂ ਤੋਂ ਬਿਨਾਂ ਕੀ ਹੁੰਦਾ ਹੈ, ਗੁਰੂ ਨਾਲ ਜੁੜ ਕੇ ਕੀ ਹੁੰਦਾ ਹੈ, ਭਗਤੀ ਕਿਵੇਂ ਕਰ, ਇਹ ਸਾਰੇ ਬਚਨ ਬੜੀ ਵਾਰ ਆਏ ਨੇ ਤੇ ਆਉਂਦੇ ਹੀ ਰਹਿਣੇ, ਕਿਉਂਕਿ ਇਹ ਬੜੇ ਮਹੱਤਵਪੂਰਨ ਸ਼ਬਦ ਨੇ। ਜਿਹੜੀ ਗੱਲ ਬੜੀ ਮਹੱਤਵਪੂਰਨ ਹੁੰਦੀ ਆ ਉਹ ਵਾਰ-ਵਾਰ ਹੁੰਦੀ ਹੈ। ਸਤਿਗੁਰੂ ਪਰਮਾਤਮਾ ਸਾਨੂੰ ਗੁਰੂ ਨਾਲ ਜੋੜਨਾ ਚਾਹੁੰਦਾ ਤੇ ਗੁਰੂ ਪਰਮਾਤਮਾ ਨਾਲ ਜੋੜਨਾ ਚਾਹੁੰਦਾ। ਗੁਰੂ ਇੱਕ ਮੀਡੀਏਟਰ ਹੈ, ਗੁਰੂ ਇੱਕ ਵਿਚੋਲਾ ਹੈ, ਗੁਰੂ ਇੱਕ ਉਹ ਰੋਡ ਮੈਪ ਸਾਡੇ ਲਈ ਗੁਰੂ ਸਾਹਿਬ ਨੇ ਤਿਆਰ ਕੀਤਾ ਹੈ। ਕਿਉਂਕਿ ਪਰਮਾਤਮਾ ਦੇ ਘਰ ਜਾਣਾ ਹੈ, ਜਿਸ ਰਸਤੇ ਤੇ ਚੱਲਣਾ, ਉਸ ਰਸਤੇ ਦੇ ਨਿਯਮ ਵੀ ਤਾਂ ਹੁੰਦੇ ਆ ਨਾ। ਬਸ ਉਹ ਨਿਯਮ ਸਤਿਗੁਰੂ ਦੱਸਦੇ ਨੇ, ਉਹ ਮਰਿਆਦਾ ਸਤਿਗੁਰੂ ਦੱਸਦੇ ਨੇ। ਕਿਹੜੀਆਂ ਗੱਲਾਂ, ਇੱਕ ਰਸਤੇ ਤੇ ਜਾਣ ਲੱਗਿਆ ਅਸੀਂ ਨਵੇਂ ਰਾਹ ਤੇ ਤੁਰਨਾ ਹੋਵੇ, ਪੁੱਛ ਹੀ ਲੈਂਦੇ ਨਾ ਵੀ ਰਸਤਾ ਕਿਹੋ ਜਿਹਾ, ਕਿੰਨਾ ਕੁ ਨਵਾਂ, ਕਿੰਨਾ ਕੁ ਟੁੱਟਿਆ, ਕੋਈ ਡਰ ਭੈ ਤਾਂ ਨਹੀਂ ਹੈ, ਕਿੰਨੀ ਕੁ ਰੌਣਕ ਆਵਾਜਾਈ, ਕਿ ਸਾਰੀਆਂ ਗੱਲਾਂ ਪੁੱਛਦੇ ਆ ਨਾ। ਲੰਬਾ ਪੈਂਡਾ ਹੋਵੇ, ਦੂਰ ਜਾਣਾ ਹੋਵੇ, ਰਸਤਾ ਨਵਾਂ ਹੋਵੇ, ਅਸੀਂ ਉਹਨਾਂ ਨੂੰ ਜ਼ਰੂਰ ਪੁੱਛਦੇ ਹਾਂ ਜਿਹੜੇ ਉਹ ਰਸਤਿਆਂ ਤੋਂ ਕਿਸੇ ਨੇ ਸਫ਼ਰ ਕੀਤਾ ਹੋਵੇ। ਤੇ ਜਿਹੜਾ ਰਸਤਾ ਪ੍ਰਮਾਤਮਾ ਦੇ ਘਰ ਨੂੰ ਜਾਂਦਾ, ਉਹਦੇ ਬਾਰੇ ਸਤਿਗੁਰੂ ਬਿਹਤਰ ਜਾਣਦੇ ਆ। ਤੇ ਅਸੀਂ ਗੁਰੂ ਸਾਹਿਬ ਨੂੰ ਬਸ ਇੰਨੇ ਪੁੱਛਦੇ ਆ ਕਿ ਮਹਾਰਾਜ ਜਿਸ ਰਸਤੇ ਤੇ ਅਸੀਂ ਧਰਮ ਸੰਤ ਕਾ ਮਾਰਗ, ਧਰਮ ਕੀ ਪੌੜੀ, ਜਿਹੜਾ ਉਹ ਮਾਰਗ ਹੈ, ਮੋਹੇ ਮਾਰਗ ਬਤਾਵੋ ਸਖੀ ਨੀ, ਉਹ ਮਾਰਗ ਸਾਨੂੰ ਦੱਸੋ ਤੇ ਉਸ ਮਾਰਗ ਦੇ ਨਿਯਮ ਕੀ ਨੇ, ਉਹ ਰਸਤਾ ਕਿਹੋ ਜਿਹਾ, ਕਿੰਨਾ ਔਖਾ, ਕਿੰਨਾ ਸੌਖਾ, ਕਿਹੜਾ ਪਰਹੇਜ਼ ਕਰਨਾ ਤੇ ਕਿਹੜੀ ਅਸੀਂ ਗੱਲ ਮੰਨਣੀ ਹੈ ਤੇ ਕਿਹੜੀ ਛੱਡਣੀ ਹੈ, ਇਹ ਸਾਰੀ ਡਾਇਰੈਕਸ਼ਨ ਸਤਿਗੁਰੂ ਦਿੰਦੇ। ਤਾਂ ਹੀ ਗੁਰੂ ਅਮਰਦਾਸ ਪਾਤਸ਼ਾਹ ਨੇ ਕਿਹਾ ਕਿ ਗੁਰੂ ਤੋਂ ਬੇਮੁਖ ਹੋ ਕੇ ਪ੍ਰੇਮਾ ਭਗਤੀ ਨਹੀਂ ਹੋ ਸਕਦੀ, ਨਾ ਹੀ ਨਾਮ ਵਿੱਚ ਪਿਆਰ ਪੈ ਸਕਦਾ, ਔਰ ਗੁਰੂ ਦੇ ਪ੍ਰੇਮ ਪਿਆਰ ਵਿੱਚ ਰਹਿ ਕੇ ਹੀ ਨਾਮ ਸਿਮਰਨ ਅਭਿਆਸ ਕੀਤਾ ਜਾ ਸਕਦਾ ਹੈ। ਹੋਰ ਕੋਈ ਉਕਤੀ ਜੁਗਤੀ ਜਿਹੜੀ ਆ ਉਹ ਪ੍ਰਵਾਨ ਨਹੀਂ ਹੈ। ਭਾਵ ਕਿ ਗੁਰੂ ਤੋਂ ਬਿਨਾਂ ਤਾਂ ਪਰਮਾਤਮਾ ਤੱਕ ਪਹੁੰਚਣਾ ਕੋਈ ਰਸਤਾ ਹੀ ਨਹੀਂ ਨਾ। ਹੋਰ ਗੁਰੂ ਸਾਹਿਬ ਦਾ ਹੋਣਾ ਜ਼ਰੂਰੀ ਹੈ। ਦੂਸਰੇ ਸ਼ਲੋਕ ਵਿੱਚ 40 ਨੰਬਰ 'ਚ ਮਹਾਰਾਜ ਕਹਿ ਰਿਹਾ ਕਿ ਮਨੁੱਖ ਨੂੰ
ਇਸ ਸ਼ਲੋਕ ਵਿੱਚੋਂ ਇਹ ਜਿਹੜੀ ਪ੍ਰੇਰਨਾ ਮਿਲਦੀ ਹੈ ਕਿ ਜਿੱਥੋਂ ਤੱਕ ਹੋ ਸਕੇ ਉਸ ਨੂੰ ਲਾਲਚੀ ਮਨੁੱਖ ਦਾ ਵਿਸਾਹ ਨਹੀਂ ਕਰਨਾ ਚਾਹੀਦਾ। ਲੋਭੀ ਬੰਦੇ ਦਾ ਵਿਸਾਹ ਭਰੋਸਾ ਨਹੀਂ ਕਰਨਾ ਚਾਹੀਦਾ, ਕਿਉਂਕਿ ਲੋਭੀ ਮਨੁੱਖ ਅੰਤ ਕਾਲ ਉੱਥੇ ਵਗਾ ਕੇ ਮਾਰਦਾ ਜਿੱਥੇ ਕੋਈ ਮਦਦਗਾਰ ਨਹੀਂ ਹੁੰਦਾ। ਉਹਨੇ ਤੁਹਾਡੀ ਬਾਹ ਉੱਥੇ ਛੱਡਣੀ ਹੈ ਜਿੱਥੇ ਬਾਹ ਫੜਨ ਵਾਲਾ ਕੋਈ ਨਹੀਂ ਹੁੰਦਾ। ਸਾਰੇ ਬਗਾਨੇ ਹੁੰਦੇ ਆ, ਪਰਾਏ ਹੁੰਦੇ ਆ, ਆਪਣਾ ਕੋਈ ਨਜ਼ਰ ਨਹੀਂ ਆਉਂਦਾ। ਲੋਭੀ ਬੰਦਾ ਉੱਥੇ ਬਾਹ ਛੱਡਦਾ ਹੈ। ਲੋਭੀ ਮਨੁੱਖ ਦੀ ਸੰਗਤ ਨਾਲ ਸਾਰਾ ਜੀਵਨ ਕਲੰਕਿਤ ਹੋ ਜਾਂਦਾ ਹੈ। ਔਰ ਪਾਤਸ਼ਾਹ ਨੇ ਕਿਹਾ ਕਿ ਪ੍ਰਭੂ ਦੇ ਚਰਨਾਂ ਵਿੱਚ ਸਤ ਸੰਗਤ ਨਾਲ ਮਿਲਾਪ ਲਈ ਬੇਨਤੀ ਕੀਤੀ ਹੈ ਆਖਰੀ ਤੁਕਾਂ ਵਿੱਚ, ਜਿਸ ਦੀ ਬਰਕਤ ਨਾਲ ਮਨ ਨਿਰਮਲ ਹੋਵੇ, ਨਾਮ ਦਾ ਨਿਵਾਸ ਹੋ ਜਾਵੇ ਤੇ ਜਨਮ ਮਰਨ ਦਾ ਗੇੜ ਮੁੱਕ ਜਾਵੇ। ਇੱਥੇ ਵੀ ਸਤਿਗੁਰਾਂ ਨੇ ਗੁਰੂ ਦੀ ਬਖਸ਼ਿਸ਼ ਦਾ ਜ਼ਿਕਰ ਕੀਤਾ ਹੈ ਔਰ ਸਤਿਗੁਰੂ ਪਾਤਸ਼ਾਹ ਨੇ ਪਰਮਾਤਮਾ ਤੱਕ ਪਹੁੰਚਣ ਦਾ ਸਾਨੂੰ ਸੌਖਾ ਮਾਰਗ ਔਰ ਰਸਤਾ ਦੱਸਿਆ। ਗੁਰੂ ਸਾਹਿਬ ਦੀ ਕਿਰਪਾ, ਬਖਸ਼ਿਸ਼, ਰਹਿਮਤ ਹਰ ਇੱਕ ਜੀਵ ਤੇ ਹੁੰਦੀ ਹੈ। ਹਰ ਇੱਕ ਇਨਸਾਨ ਨੂੰ ਜ਼ਿੰਦਗੀ ਦੇ ਦੋ ਪੱਖ ਪਾਤਸ਼ਾਹ ਨੇ ਦਿੱਤੇ ਔਰ ਹੁੰਦੇ ਵੀ ਦੋ ਨੇ। ਜਿਵੇਂ ਕਹਿੰਦੇ ਵੀ ਸਿੱਕੇ ਦੇ ਦੋ ਪਹਿਲੂ ਹੁੰਦੇ ਆ, ਹਰ ਚੀਜ਼ ਦੇ ਦੋ ਪਹਿਲੂ ਨੇ। ਜੀਵਨ ਦੇ ਵੀ ਦੋ ਪੱਖ ਨੇ। ਇੱਕ ਜੋਸ਼ ਦਾ ਪੱਖ ਹੁੰਦਾ ਹੈ, ਇੱਕ ਹੋਸ਼ ਦਾ ਪੱਖ ਹੁੰਦਾ ਹੈ। ਬਹੁਤੀ ਵਾਰ ਇਨਸਾਨ ਹਰ ਕੰਮ ਜੋਸ਼ ਨਾਲ ਕਰਨਾ ਚਾਹੁੰਦਾ ਹੈ ਕਿ ਮੇਰੇ ਉਹ ਜੋਸ਼ ਕਈ ਤਰ੍ਹਾਂ ਦਾ ਹੁੰਦਾ, ਇਕੱਲਾ ਸਰੀਰਕ ਜੋਸ਼ ਨਹੀਂ ਆ। ਪੈਸੇ ਦਾ ਜੋਸ਼ ਵੀ ਵਰਤਦਾ ਹੈ, ਪੋਲੀਟੀਕਲ ਜੋਸ਼ ਵੀ ਵਰਤਦਾ ਹੈ, ਸਮਾਜਿਕ ਜੋਸ਼, ਹਰ ਤਰ੍ਹਾਂ ਦਾ ਜੋਸ਼ ਭਾਵ ਜ਼ੋਰ ਲਾ ਲੈਂਦਾ ਹੈ ਕਿ ਆਹ ਕੰਮ ਤਾਂ ਮੇਰੇ ਖੱਬੇ ਹੱਥ ਦੀ ਖੇਡ ਹੈ, ਕੋਈ ਵੱਡੀ ਗੱਲ ਨਹੀਂ ਹੈ। ਤੇ ਉਹੀ ਜੋਸ਼ ਕਈ ਵਾਰ ਧਰਮ ਦੀ ਦੁਨੀਆ ਵਿੱਚ ਵੀ ਲੈ ਆਉਂਦਾ। ਪਰ ਜੋਸ਼ ਤੇ ਹੋਸ਼ ਦੋ ਚੀਜ਼ਾਂ ਨੇ। ਜਿਵੇਂ ਬਾਬਰ ਨੂੰ ਗੁਰੂ ਨਾਨਕ ਸਾਹਿਬ ਨੇ ਕਿਹਾ ਸੀ, ਹੋਸ਼ ਕਰ, ਐਸ਼ ਨਹੀਂ ਤੂੰ ਹੋਸ਼ ਕਰ। ਕੋਈ ਬੰਦਾ ਬਹੁਤੀਆਂ ਉਤਲੀਆਂ ਗੱਲਾਂ ਕਰੀ ਜਾਵੇ, ਆਪਾਂ ਉਹਨੂੰ ਕਹਿੰਦਾ ਨਾ ਵੀ ਹੋਸ਼ ਟਿਕਾਣੇ ਰੱਖ ਕੇ ਗੱਲ ਕਰ। ਕੀ ਬੋਲ ਰਿਹਾ ਤੂੰ? ਮਾੜਾ ਜਿਹਾ ਅਕਲ ਨੂੰ ਹੱਥ ਮਾਰ, ਆਪਣੀ ਹੋਸ਼ ਤੋਂ ਕੰਮ ਲੈ। ਜਦੋਂ ਕੱਲੀ ਜੋਸ਼ ਤੇ ਨਿਰਭਰ ਹੋ ਕੇ ਚੱਲਦਾ ਹੈ, ਗੁਰੂ ਕੋਲ ਆਉਂਦਾ ਹੈ, ਫਿਰ ਸਤਿਗੁਰੂ ਪਾਤਸ਼ਾਹ ਦੇ ਚਰਨਾਂ ਵਿੱਚ ਆ ਕੇ ਜਦੋਂ ਹੰਕਾਰ ਨੂੰ ਠੋਕਰ ਵੱਜਦੀ ਹੈ, ਜਦੋਂ ਜੋਸ਼ ਨੂੰ ਝਟਕਾ ਲੱਗਦਾ ਹੈ, ਉਦੋਂ ਇਹਨੂੰ ਸਮਝ ਆਉਂਦੀ ਹੈ ਕਿ ਚਤਰਾਈ ਨਾ ਚਤਰ ਕੁਝ ਪਾਈ ਹੈ। ਇਹ ਮਨ ਚੰਚਲਾ ਚਤਰਾਈ ਕਿਨਾ ਨਾ ਪਾਇਆ। ਉਦੋਂ ਇਹਨੂੰ ਇੱਥੇ ਆ ਕੇ ਇਹ ਸਮਝ ਆਉਂਦੀ ਆ ਕਿ ਮੇਰੇ ਹਰ ਜੀਓ ਸਭ ਕੋ ਤੇਰੇ ਬਸ, ਅਸਾਂ ਜੋਰ ਨਾਹੀ ਜੇ ਕਿਛ ਕਰ ਹਮ ਸਾਕੈ ਜਿਉ ਭਾਵੈ। ਤੇ ਮੈਂ ਬਖਸ਼, ਮੈਂ ਸਾਰਾ ਜ਼ੋਰ ਲਾ ਕੇ ਵੇਖ ਲਿਆ, ਮੈਂ ਜੋਸ਼ ਤੋਂ ਕੰਮ ਲੈ ਕੇ ਵੇਖ ਲਿਆ, ਨਹੀਂ ਗੱਲ ਬਣੀ। ਹੁਣ ਮੇਰਾ ਕੋਈ ਜ਼ੋਰ ਨਹੀਂ, ਹੁਣ ਜਿਵੇਂ ਤੈਨੂੰ ਚੰਗਾ ਲੱਗਦਾ ਮੈਨੂੰ ਉਵੇਂ ਰੱਖ, ਜਿਉ ਭਾਵੈ ਤਿਉ ਰੱਖ ਲੈ। ਹਮ ਸ਼ਰਨ ਪ੍ਰਭ ਆਏ ਰਾਮ ਰਾਜੇ। ਅੱਜ ਸਤਿਗੁਰੂ ਭਗਤੀ ਦੀ ਗੱਲ ਕਰ ਰਹੇ ਆ, ਲੇਕਿਨ ਭਗਤੀ ਵੀ ਪਾਤਸ਼ਾਹ ਕਹਿੰਦੇ ਬਿਨ ਸਤਿਗੁਰੂ ਭਗਤ ਨਾ ਹੋਵੇ। ਗੁਰੂ ਤੋਂ ਬਿਨਾਂ ਭਗਤੀ ਨਹੀਂ। ਇਹਦਾ ਮਤਲਬ ਗੁਰੂ ਦਾ ਹੋਣਾ ਜ਼ਰੂਰੀ ਆ। ਅਸੀਂ ਆਪਣੇ ਜ਼ੋਰ ਨਾਲ ਨਾ ਕਦੇ ਵੀ ਕਹੀਏ ਵੀ ਹੁਣ ਮੈਂ ਭਗਤੀ ਕਰ ਰਿਹਾ, ਹੁਣ ਮੈਂ ਸਾਰਾ ਕੁਝ ਛੱਡ ਦੇਣਾ, ਹੁਣ ਮੈਂ ਕਿਸੇ ਨੂੰ ਬੁਲਾਉਣਾ ਹੀ ਨਹੀਂ। ਇਹ ਸਾਰਾ ਕੁਝ ਉਹਦੇ ਹੱਥ ਵਿੱਚ ਹੈ। ਮੇਰੇ ਹਰ ਜੀਓ ਸਭ ਕੋ ਤੇਰਾ ਬਸ। ਅਸੀਂ ਕਈ ਵਾਰ ਜ਼ੋਰ ਲਾ ਕੇ ਕਹਿੰਦੇ ਨਾ ਵੀ ਸਵੇਰੇ 4 ਵਜੇ ਉੱਠ ਕੇ ਇਸ਼ਨਾਨ ਕਰਕੇ ਮੈਂ ਨਿਤਨੇਮ ਕਰਨਾ, ਪਰ ਨਹੀਂ ਹੁੰਦਾ। ਕਈ ਵਾਰ ਕਹਿੰਦੇ ਮੈਂ ਅੱਜ 2:30 ਵਜੇ ਉੱਠਣਾ ਤੇ ਸਿਮਰਨ ਕਰਨਾ, ਨਹੀਂ ਹੁੰਦਾ, ਕਿਉਂਕਿ ਮੈਂ ਕਹਿ ਰਿਹਾ, ਮੈਂ ਇਕੱਲਾ ਜੋਸ਼ ਨਾਲ ਕਹਿ ਰਿਹਾ ਕਿ ਬਸ ਮੇਰੇ ਲਈ ਕੀ ਔਖਾ, ਮੈਂ ਜਦੋਂ ਉੱਠ ਕੇ ਉੱਥੇ ਜਾ ਸਕਦਾ, ਗੁਰਦੁਆਰੇ ਜਾਣਾ ਕੀ ਔਖਾ ਹੈ। ਪਰ ਜਦੋਂ ਆਪਣੇ ਇਕੱਲਾ ਜੋਸ਼ ਦੇ ਬਲਬੂਤੇ ਤੇ ਗੁਰੂ ਦੀ ਐਂਟਰੀ ਵਿੱਚ ਨਹੀਂ ਲੈ ਕੇ ਆਉਂਦਾ, ਗੁਰੂ ਨੂੰ ਮੌਜੂਦ ਨਹੀਂ ਕਰਦਾ, ਅਰਦਾਸ ਤੇ ਹੋਣੀ ਚਾਹੀਦੀ ਨਾ, ਪਾਤਸ਼ਾਹ ਮੈਨੂੰ ਸਵੇਰੇ ਅੰਮ੍ਰਿਤ ਵੇਲੇ ਦਾ ਜਾਗਣਾ ਬਖਸ਼ਿਓ, ਮੇਰੇ ਤੋਂ ਨਿਤਨੇਮ ਤੁਸੀਂ ਕਰਾਉਣਾ ਹੈ, ਮੈਨੂੰ ਨਿਤਨੇਮ ਦੀ ਦਾਤ ਬਖਸ਼ਿਓ, ਮੈਨੂੰ ਸਤਸੰਗ ਦੀ ਦਾਤ ਬਖਸ਼ਿਓ, ਮੈਨੂੰ ਆਪਣੇ ਦਰਬਾਰ ਦੀ ਹਾਜ਼ਰੀ ਬਖਸ਼ਿਓ। ਜੇ ਉਹਦੇ ਅੱਗੇ ਅਰਦਾਸ ਕਰਾਂਗੇ ਫਿਰ ਉਹਦੀ ਜ਼ਿੰਮੇਵਾਰੀ ਹੈ। ਜਦੋਂ ਅਸੀਂ ਕਹੀਏ ਮੈਂ ਕਰਨਾ, ਮੈਂ ਸਵੇਰੇ ਉੱਠ ਕੇ, ਉਹ ਨਹੀਂ ਹੁੰਦਾ। ਇਸੇ ਲਈ ਪਾਤਸ਼ਾਹ ਕਹਿੰਦੇ ਅਰਦਾਸ ਕਰ ਕਿ ਮੇਰੇ ਹਰ ਜੀਓ ਸਭ ਕੋ ਤੇਰਾ ਬਸ। ਇਸ ਗੱਲ ਨੂੰ ਸਮਝ ਕੱਲੇ ਜੋਸ਼ ਨਾਲ ਨਹੀਂ, ਆਪਣੀ ਹੋਸ਼ ਨੂੰ ਟਿਕਾਣੇ ਰੱਖ ਕੇ ਗੱਲ ਕਰਿਆ ਕਰ। ਧਰਮ ਦੀ ਦੁਨੀਆ ਵਿੱਚ ਵੀ ਕੱਲਾ ਜੋਸ਼ ਲੈ ਕੇ ਫਰੀ ਜਾਂਦਾ। ਇਹ ਨਹੀਂ ਕਿ ਜੋਸ਼ ਨਹੀਂ ਹੋਣਾ ਚਾਹੀਦਾ, ਹੋਵੇ, ਉਸ ਤੋਂ ਪਹਿਲਾਂ ਹੋਸ਼ ਹੈ। ਜੋਸ਼ ਨਾਲੋਂ ਪਹਿਲਾਂ ਵਿਚਾਰ ਹੈ। ਜੋਸ਼ ਤੋਂ ਪਹਿਲਾਂ ਇੱਥੇ ਰਵਾਬ ਵੀ ਹੈ, ਇੱਥੇ ਨਗਾਰਾ ਵੀ ਹੈ, ਲੇਕਿਨ ਪਹਿਲਾਂ ਰਵਾਬ ਵੱਜਿਆ, ਨਗਾਰਾ ਬਾਅਦ ਵਿੱਚ ਆਉਂਦਾ ਹੈ।
ਪਹਿਲਾਂ ਭਗਤੀ ਆਉਂਦੀ ਹੈ, ਸ਼ਕਤੀ ਫਿਰ ਆਉਂਦੀ ਹੈ। ਚਲੋ ਗੁਰੂ ਨਾਨਕ ਸਾਹਿਬ ਨੇ ਮੇਰੀ ਪੀਰੀ ਗੁਰੂ ਨਾਨਕ ਸਾਹਿਬ ਤੋਂ ਸਾਰਾ ਕੁਝ ਸ਼ੁਰੂ ਹੋਇਆ। ਰਾਜ ਯੋਗ ਤਖਤ, ਜਿਹੜਾ ਰਾਜ ਯੋਗ ਦਾ ਤਖਤ ਹੈ, ਗੁਰੂ ਨਾਨਕ ਸਾਹਿਬ ਹੀ ਪ੍ਰਮਾਤਮਾ ਦੇ ਘਰ ਤੋਂ ਲਿਆਇਆ। ਇਹ ਕੋਈ ਸ਼ਾਸਤਰਾਂ ਦੀ ਗੱਲ ਇਹ ਨਹੀਂ ਸੋਚਣਾ ਕਿ 6ਵੇਂ ਪਾਤਸ਼ਾਹ ਜਾਂ 10ਵੇਂ ਪਾਤਸ਼ਾਹ ਵੇਲੇ ਸ਼ੁਰੂ ਹੋਈ ਹੈ। ਇਹ ਗੁਰੂ ਨਾਨਕ ਸਾਹਿਬ ਤੋਂ ਹੀ ਸ਼ੁਰੂ ਹੋ ਚੁੱਕੀ ਹੈ। ਆਸਾ ਹੱਥ ਕਿਤਾਬ ਕੱਚ, ਆਸਾ ਡੰਡੇ ਨੂੰ ਕਹਿੰਦੇ ਆ। ਡੰਡਾ ਕੀ ਹੈ? ਹਥਿਆਰ, ਸ਼ਸਤਰ। ਧੰਨ ਗੁਰੂ ਨਾਨਕ ਸਾਹਿਬ ਨੇ ਆਪਣੇ ਹੱਥ 'ਚ ਰੱਖਿਆ ਤੇ ਨਾਲ ਸ਼ਬਦ ਵੀ ਹੈ। ਇੱਥੇ ਸੰਤ ਵੀ ਹੈ, ਇੱਥੇ ਸਿਪਾਹੀ ਵੀ ਹੈ, ਇੱਥੇ ਦੇਗ ਵੀ ਹੈ, ਇੱਥੇ ਤੇਗ ਵੀ ਹੈ, ਇੱਥੇ ਭੋਗ ਵੀ ਹੈ, ਇੱਥੇ ਮੋਖ ਵੀ ਹੈ। ਇਹ ਤਾਂ ਦੋਵੇਂ ਪੱਖ ਚੱਲ ਰਹੇ ਨੇ, ਲੇਕਿਨ ਪਹਿਲਾਂ ਵਿਚਾਰ ਹੈ, ਬਾਅਦ ਦੇ ਵਿੱਚ ਜੋਸ਼ ਦੀ ਗੱਲ ਹੁੰਦੀ ਹੈ। ਹਰਿਮੰਦਰ ਸਾਹਿਬ ਪਹਿਲਾਂ ਬਣਦਾ, ਅਕਾਲ ਤਖਤ ਸਾਹਿਬ ਬਾਅਦ ਵਿੱਚ ਬਣਦਾ। 5 ਜਾਮੇ ਭਗਤੀ ਤੇ ਜ਼ੋਰ ਦੇ ਰਿਹਾ, 6ਵਾਂ ਜਾਮਾ ਉਹਦੀ ਰਾਖੀ ਵਾਸਤੇ, ਫਿਰ ਇੱਕ ਕੰਡਿਆਂ ਦੀ ਬਾੜ ਦੀ ਜਿਵੇਂ ਖੇਤੀ ਨੂੰ ਬਚਾਉਣ ਵਾਸਤੇ ਕੀਤੀ ਜਾਏ। ਧੰਨ ਗੁਰੂ ਹਰਗੋਬਿੰਦ ਸਾਹਿਬ ਨੇ ਬਿਲਕੁਲ ਉਹੀ ਕੰਮ ਕੀਤਾ ਕਿ ਹੁਣ ਸਾਡੇ ਘਰ ਵਿੱਚ ਕੀਮਤੀ ਬਾਣੀ ਦਾ ਖਜ਼ਾਨਾ ਇਕੱਤਰ ਹੋ ਚੁੱਕਿਆ। ਹੁਣ ਉਹਦੀ ਰਾਖੀ ਲਈ ਸ਼ਸਤਰਧਾਰੀ ਸਿੱਖ ਜ਼ਰੂਰੀ ਹੈ। ਚੰਦਨ ਦੀ ਲੱਕੜ 52 ਉਂਗਲਾਂ ਦਾ ਚੰਦਨ ਹੁੰਦਾ ਹੈ, ਹਰ ਜੰਗਲ ਵਿੱਚ ਨਹੀਂ ਹੁੰਦਾ, ਕੀਮਤੀ ਬਹੁਤ ਆ, ਲੇਕਿਨ ਸੱਪ ਲਵੇਟਾ ਮਾਰ ਕੇ ਬੈਠਾ ਵੀ ਐਵੇਂ ਨਾ ਉਤਰਿਆ ਜਾਂਦਾ, ਪੱਟ ਕੇ ਲੈ। ਗੁਲਾਬ ਦਾ ਫੁੱਲ ਬੜਾ ਖੁਸ਼ਬੂਦਾਰ ਹੈ, ਕੀਮਤੀ ਹੈ, ਲੇਕਿਨ ਕੰਡੇ ਨਾਲ ਕਿੱਡੇ ਕਿੱਡੇ ਲੱਗੇ ਹੋਏ, ਐਵੇਂ ਤੁਰਿਆ ਜਾਂਦਾ ਨਾ ਕੋਈ ਤੋੜ ਕੇ ਲੈ। ਸਾਨੂੰ ਜੇ ਮਾਲਾ ਦਿੱਤੀ ਹੈ, ਮਾਲਾ ਦੀ ਰਾਖੀ ਕਰਨ ਵਾਸਤੇ ਸਾਨੂੰ ਸ੍ਰੀ ਸਾਹਿਬ ਨੇ ਦਿੱਤੀ ਹੈ। ਜੇ ਸਾਨੂੰ ਬਾਣੀ ਦਿੱਤੀ ਹੈ, ਬਾਣੀ ਦੇ ਨਾਲ ਸਾਨੂੰ ਪਾਤਸ਼ਾਹ ਨੇ ਇੱਕ ਮੀਰੀ ਦਾ ਗੁਣ ਵੀ ਦਿੱਤਾ। ਮੈਂ ਆਪਣੀ ਗੱਲ ਤੇ ਰਵਾਂ, ਜੋਸ਼ ਤੇ ਹੋਸ਼। ਕਹਿਣ ਦਾ ਮਤਲਬ ਦੋਵੇਂ ਪੱਖ ਬਰਾਬਰ ਚੱਲਦੇ। ਹੁਣ ਕੱਲਾ ਕੋਈ ਜੋਸ਼ ਤੇ ਰਵੇ, ਜੋਸ਼ ਵਾਲੇ ਉਹ 2-4 ਮਿੰਟ ਦਾ ਜੋਸ਼ ਹੁੰਦਾ ਤੇ ਵੱਡੇ ਨੁਕਸਾਨ ਕਰਾ ਦਿੰਦੇ ਆ। ਬਹੁਤ ਲੋਕ ਤੁਹਾਨੂੰ ਪਛਤਾਉਂਦੇ ਮਿਲਣਗੇ ਜਿਹੜੇ ਕਹਿਣਗੇ ਜੀ ਬਸ ਉੱਥੇ ਗੁੱਸਾ ਹੀ ਇੰਨਾ ਆਇਆ, ਮੈਨੂੰ ਪਤਾ ਹੀ ਨਹੀਂ ਲੱਗਿਆ ਇਹ ਕੀ ਹੋ ਗਿਆ, ਤੇ ਸਾਰੀ ਉਮਰ ਦਾ ਰੋਣਾ ਤੇ ਪਛਤਾਉਣਾ ਪੱਲੇ ਪੈ ਜਾਂਦਾ। ਕਿਉਂਕਿ ਅੰਧ ਕਰੋ ਦ੍ਰਿਗਵੰਤਨ ਕੋ, ਸ਼ਰੁਤਵੰਤਨ ਕੋ ਬਦਰੋ ਕਰ ਡਾਰੋ। ਸ਼ਸਤਰਾਂ ਦੇ ਬਚਨ ਨੇ ਕ੍ਰੋਧ, ਜੋਸ਼ ਇੰਨਾ ਖਤਰਨਾਕ ਹੁੰਦਾ ਕਿ ਅੱਖਾਂ ਵਾਲਿਆਂ ਨੂੰ ਅੰਨਾ ਕਰ ਦਿੰਦਾ ਤੇ ਕੰਨਾਂ ਵਾਲਿਆਂ ਨੂੰ ਬੋਲੇ ਕਰ ਦਿੰਦਾ। ਉਹਨੂੰ ਨਾ ਕੁਝ ਦਿਸਦਾ ਤੇ ਨਾ ਉਹਨੂੰ ਕੁਝ ਸੁਣਦਾ। ਇਹ ਇੰਨਾ ਭਿਆਨਕ ਹੈ ਜੋਸ਼। ਜੇ ਵਿੱਚ ਹੋਸ਼ ਨਾ ਹੋਵੇ ਤਾਂ ਇਨਸਾਨ ਤੈਨੂੰ ਸਾਰੀ ਜ਼ਿੰਦਗੀ ਪਛਤਾਉਣਾ ਪੈ ਸਕਦਾ। ਇਸ ਲਈ ਗੁਰੂ ਸਾਹਿਬ ਕੋਲ ਆ ਕੇ ਇਹ ਭਗਤੀ ਵੀ ਜਿਹੜੀ ਆ ਨਾ, ਜੋਸ਼ ਜਨੂਨ ਚਾਹੀਦਾ ਮਿਲਣ ਦਾ, ਪਰ ਗੁਰੂ ਤੋਂ ਬਿਨਾਂ ਕੁਝ ਨਹੀਂ ਹੁੰਦਾ। ਮਿਲਣ ਦਾ ਜਨੂਨ ਹੋਵੇ। ਉਦਮ ਕਰਿੰਦਿਆਂ ਜੀਓ ਕਮਾਉਂਦਿਆਂ ਸੁਖ ਪਹੁੰਚ। ਉਦਮ ਤੂੰ ਕਰਨਾ ਹੈ, ਅੰਮ੍ਰਿਤ ਵੇਲੇ ਤੂੰ ਜਾਗਣਾ, ਲੇਕਿਨ ਕਰਾਉਣਾ ਸਾਰਾ ਗੁਰੂ ਦੇ ਰਾਹੀਂ ਹੈ। ਅਰਦਾਸ ਗੁਰੂ ਪਾਤਸ਼ਾਹ ਦੇ ਚਰਨਾਂ 'ਚ ਕਰਨੀ ਆ, ਕਿਉਂਕਿ ਮਹਾਰਾਜ ਕਹਿ ਰਿਹਾ ਆਪ ਜਪਾਏ ਜਪੈ ਸੋ ਨਾਉ। ਜਦੋਂ ਆਪ ਜਪਾਉਂਦਾ ਤਾਂ ਹੀ ਕੋਈ ਜਪਦਾ ਹੈ। ਜਦੋਂ ਕੋਈ ਉਹਦੇ ਅੱਗੇ ਅਰਦਾਸ ਕਰਕੇ ਬੈਠਦਾ ਤਾਂ ਹੀ ਬੈਠਿਆ ਜਾਂਦਾ ਹੈ। ਆਪਣੀ ਮਰਜ਼ੀ ਨਾਲ, ਆਪਣੇ ਜੋਸ਼, ਆਪਣੇ ਜ਼ੋਰ ਨਾਲ ਇਨਸਾਨ 10 ਮਿੰਟ ਨਹੀਂ ਬੈਠ ਸਕਦਾ। ਉਹ ਬਿਠਾਉਣਾ ਚਾਹਵੇ ਤਾਂ 8-8 ਘੰਟੇ ਚੌਂਕੜੇ ਨਹੀਂ ਖੁੱਲਣ ਦਿੰਦਾ। ਇਸ ਲਈ ਆਪ ਜਪਾਏ ਜਪੈ ਸੋ ਨਾਉ, ਆਪ ਗਵਾਏ ਸੋ ਹਰਿ ਗੁਣ ਗਾਓ। ਆਪ ਗਵਾਉਂਦਾ ਤਾਂ ਉਹ ਇਨਸਾਨ ਪ੍ਰਮਾਤਮਾ ਦੇ ਪ੍ਰਭ ਕਿਰਪਾ ਤੇ ਹੋਏ ਪ੍ਰਗਾਸ, ਉਹਦੀ ਕਿਰਪਾ ਨਾਲ ਹੀ ਸਾਡੇ ਅੰਦਰ ਕਮਲ ਫੁੱਲ ਖਿੜਨਾ ਹੈ। ਉਹਦੀ ਕਿਰਪਾ ਨਾਲ ਹੀ ਸਾਡੇ ਅੰਦਰ ਗਿਆਨ ਦਾ ਪ੍ਰਕਾਸ਼ ਔਰ ਦੀਵਾ ਬਣਨਾ ਹੈ। ਤੇ ਮਹਾਰਾਜ ਕਹਿੰਦੇ ਪ੍ਰਭੂ ਦਇਆ ਤੇ ਕਮਲ ਵਿਗਾਸ, ਅੰਦਰ ਜਿਹੜਾ ਪਾਵਰਫੁਲ ਖਿੜਨਾ ਹੈ ਨਾ, ਖੁਸ਼ਬੂਦਾਰ ਦੇਵੀ ਗੁਣਾਂ ਦਾ, ਉਹ ਵੀ ਉਹਦੀ ਕਿਰਪਾ ਦੇ ਨਾਲ ਹੀ ਹੈ। ਪ੍ਰਭ ਸੋ ਪ੍ਰਸੰਨ ਬਸੈ ਮਨ ਸੋਏ, ਉਹ ਪ੍ਰਸੰਨ ਹੋਵੇ, ਪ੍ਰਭੂ ਦਇਆ ਤੇ ਮਤ ਉਤਮ ਹੋਏ। ਸਾਰਾ ਕੁਝ ਉਹਦੀ ਕਿਰਪਾ ਨਾਲ, ਉਹਦੀ ਦਇਆ, ਉਹਦੀ ਮਿਹਰਬਾਨੀ, ਉਹਦੀ ਨਜ਼ਰ ਨਾਲ ਹੋਣਾ ਹੈ। ਇੱਥੇ ਇਨਸਾਨ ਇਕੱਲਾ ਕੁਝ ਨਹੀਂ ਕਰ ਸਕਦਾ। ਜੇ ਉਹਦੇ ਗੁਣ ਵੀ ਗਾਉਣੇ, ਉਹਦੀ ਭਗਤੀ ਵੀ ਕਰਨੀ ਆ, ਤਾਂ ਸਤਿਗੁਰੂ ਪਾਤਸ਼ਾਹ ਕਹਿੰਦੇ ਆ ਉਹਦੀ ਕਿਰਪਾ ਦੇ ਨਾਲ ਹੀ ਹੋਣੀ ਹੈ। ਇੱਕ ਜਗ੍ਹਾ ਮਹਾਰਾਜ ਨੇ ਇਹ ਵੀ ਕਿਹਾ, ਨਾਨਕ ਮਹਿੰਦੀ ਕਰਕੇ ਰੱਖਿਆ ਸੋ ਸੋ ਨਦਰ ਕਰੇ, ਆਪ ਆਪੇ ਪੀਸੈ ਆਪੇ ਕਸੈ ਆਪੇ ਹੀ ਲਾਇ ਲੈ। ਇਹ ਪਿਰ ਨੂੰ ਪਿਆਲਾ ਖਸਮ ਕਾ ਜੈ ਭਾਵੈ ਤੈਨੇ। ਜਿਹਨੂੰ ਜਿਹੜਾ ਉਹਨੂੰ ਪਾਉਂਦਾ, ਇਹ ਉਹਦੀ ਵਡਿਆਈ ਦਾ, ਉਹਦੇ ਪ੍ਰੇਮ ਦਾ, ਉਹਦੇ ਨਾਮ ਰੂਪੀ ਅੰਮ੍ਰਿਤ ਦਾ ਪਿਆਲਾ ਉਸੇ ਨੂੰ ਦਿੰਦਾ ਜਿਹੜਾ ਉਹਨੂੰ ਭਾ ਜਾਏ, ਜਾਂ ਜਿਹੜਾ ਜਿਹਨੂੰ ਉਹ ਦੇਣਾ ਚਾਹੁੰਦਾ ਹੋਵੇ। ਤੋ ਇਸ ਲਈ ਮਹਾਰਾਜ ਕਹਿੰਦੇ ਨੇ, ਵਧੀ ਸੋ ਵਜਗ ਨਾਨਕਾ, ਸੱਚਾ ਵੇਖੈ ਸੋਏ, ਸਭਨੀ ਛਾਲਾਂ ਮਾਰੀਆਂ ਕਰਦਾ ਕਰੇ ਸੋਏ। ਜਿਹੜਾ ਕੁਝ ਪਰਮਾਤਮਾ ਕਰਨਾ ਚਾਹੁੰਦਾ ਹੈ ਉਹ ਹੁੰਦਾ ਹੈ ਇਨਸਾਨ ਦੇ ਪੱਲੇ ਕੁਛ ਨਹੀਂ ਆ। ਪਤਾ ਕਰੇ ਪੂਰਬ ਕੇ ਤਾਈ ਪਛਮ ਹੀ ਲੈ ਜਾਤ। ਅਸੀਂ ਤਾਂ ਰਾਤ ਨੂੰ ਵਿਚਾਰ ਕਰਕੇ, ਸਲਾਹ ਕਰਕੇ ਸੁੱਤੇ ਕਿ ਸਵੇਰੇ ਮੈਂ ਚੰਡੀਗੜ੍ਹ ਨੂੰ ਜਾਣਾ, ਪਰ ਦਿੱਲੀ ਨੂੰ ਲੈ ਜਾਂਦਾ। ਇਹ
सब कुछ ਉਹਦੇ बस ਵਿੱਚ ਹੈ। ਕਹਿਣ ਦਾ ਮਤਲਬ ਸਤਿਗੁਰੂ ਕਹਿੰਦੇ ਜੇ ਭਗਤੀ ਵੀ ਕਰਨੀ ਹੈ ਨਾ, ਸਿਮਰਨ ਵੀ ਤੂੰ ਕਰਨਾ ਹੈ, ਜਨੂਨ ਜੋਸ਼ ਹੋਵੇ ਮਿਲਣ ਦਾ, ਭਾਵਨਾ ਹੋਵੇ, ਲਗਨ ਹੋਵੇ, ਲੇਕਿਨ ਸਾਰਾ ਕੁਝ ਹੋਣਾ ਗੁਰੂ ਦੇ ਰਾਹੀਂ ਹੈ। ਤਾਂ ਹੀ ਤਾਂ ਗੁਰੂ ਅਰਜਨ ਦੇਵ ਪਾਤਸ਼ਾਹ ਕਹਿ ਰਿਹਾ ਕੋਈ ਆਣ ਮਿਲਾਵੇ ਮੇਰਾ ਪ੍ਰੀਤਮ ਪਿਆਰਾ। ਕੋਈ ਆਣ ਮਿਲਾਵੇ ਕਿਹਨੇ ਆ ਕੇ ਮਿਲਾਉਣਾ? ਉਹ ਗੁਰੂ ਨੇ। ਉਹ ਗੁਰੂ ਨੂੰ ਆਵਾਜ਼ਾਂ ਮਾਰ ਰਿਹਾ। ਜਦੋਂ ਸਤਿਗੁਰੂ ਗੁਰੂ ਅਰਜਨ ਸਾਹਿਬ ਲਾਹੌਰ ਗਏ ਆ ਵਿਆਹ ਤੇ, ਇਧਰ ਧੰਨ ਗੁਰੂ ਰਾਮਦਾਸ ਪਾਤਸ਼ਾਹ ਅੰਮ੍ਰਿਤਸਰ ਸਾਹਿਬ ਦੀ ਧਰਤੀ ਤੇ ਜਿਹੜੀਆਂ ਚਿੱਠੀਆਂ ਲਿਖੀਆਂ, ਜਿਹੜੇ ਵਾਸਤੇ ਪਾਏ, ਜਿਹੜੇ ਤਰਲੇ ਕੀਤੇ ਗਏ, ਜਿਹੜੀਆਂ ਮਿੰਨਤਾਂ ਤੇ ਬੇਨਤੀਆਂ ਹੋਈਆਂ, ਉਹ ਗੁਰੂ ਰਾਮਦਾਸ ਪਾਤਸ਼ਾਹ ਦੇ ਚਰਨਾਂ 'ਚ ਹੋਈਆਂ, ਪਰਮਾਤਮਾ ਦੇ ਨਹੀਂ। ਕਿਉਂਕਿ ਪਰਮਾਤਮਾ ਨੂੰ ਮਿਲਾਉਣਾ ਕਿਹਨੇ ਆ? ਗੁਰੂ ਨੇ। ਗੁਰੂ ਕੌਣ ਹੈ? ਧੰਨ ਗੁਰੂ ਰਾਮਦਾਸ ਪਾਤਸ਼ਾਹ। ਇਸ ਲਈ ਪਾਤਸ਼ਾਹ ਕਹਿੰਦੇ ਜਾ ਤੂੰ ਤੁਸੈ ਮਿਹਰਬਾਨ ਅਚਿੰਤ ਵਸੈ ਮਨ ਮਾਹੇ, ਜਾ ਤੂੰ ਤੁਸੈ ਮਿਹਰਬਾਨ ਨੌ ਨਿਤ ਘਰ ਮੈਂ ਪਾਹੇ। ਜੇ ਤੂੰ ਪਰਮਾਤਮਾ ਤੋਂ ਉੱਠੇ ਮਿਹਰਬਾਨ ਹੋਵੇ, ਜਾ ਤੂੰ ਤੁਸੈ ਮਿਹਰਬਾਨ ਤਾਂ ਗੁਰ ਕਾ ਮੰਤਰ ਕਮਾਹੇ। ਜੇ ਤੂੰ ਮਿਹਰਬਾਨ ਹੋਵੇ, ਜੇ ਤੂੰ ਕਿਰਪਾਲੂ ਦਿਆਲੂ ਸਾਡੇ ਤੇ ਦਇਆ ਦੇ ਘਰ ਵਿੱਚ ਆ ਕੇ ਸਾਡੇ ਤੇ ਰਹਿਮਤਾਂ ਵਰਸਾਵੇਂ, ਤੇਰੀ ਕਿਰਪਾ ਦੇ ਨਾਲ ਹੀ ਉਹ ਗੁਰੂ ਦਾ ਮੰਤਰ ਜਿਹੜਾ ਹੈ, ਗੁਰੂ ਨਾਨਕ ਦਾ ਜਿਹੜਾ ਉਹ ਗੁਰ ਸ਼ਬਦ ਮੰਤਰ, ਜਿਹਨੂੰ ਭਾਈ ਗੁਰਦਾਸ ਸਾਹਿਬ ਕਹਿ ਰਿਹਾ ਵਾਹਿਗੁਰੂ ਗੁਰੂ ਮੰਤਰ ਹੈ ਜਪ ਹੋਵੇ ਕੋਈ, ਉਹ ਤੇਰੇ ਮੰਤਰ ਨੂੰ ਤਾਂ ਹੀ ਕਮਾਇਆ ਜਾ ਸਕਦਾ ਜੇ ਤੂੰ ਮਿਹਰਬਾਨ ਹੋਵੇਗਾ। ਜੇ ਅਸੀਂ ਜ਼ੋਰ ਅਜ਼ਮਾਈ ਨਾਲ ਆਪ ਕਮਾ ਵੀ ਗਏ, ਜਿਵੇਂ ਕੋਈ ਸਮੁੰਦਰ ਦਾ ਪਾਣੀ ਸਿੱਧਾ ਪੀਵੇ ਨਾ ਹਾਨੀਕਾਰਕ ਹੈ। ਪਾਣੀ ਬਹੁਤ ਆਉਂਦੇ, ਲੇਕਿਨ ਸਿੱਧਾ ਪੀਓਗੇ ਤਾਂ ਉਹ ਕਈ ਰੋਗ ਲਾ ਸਕਦਾ ਹੈ, ਸਰੀਰ ਲਈ ਕੋਈ ਵੱਡੇ ਰੋਗ ਤੇ ਦੁੱਖ ਪੈਦਾ ਕਰ ਸਕਦਾ ਹੈ। ਲੇਕਿਨ ਉਹੀ ਸਮੁੰਦਰਾਂ ਦਾ ਪਾਣੀ ਜਦੋਂ ਭਾਪ ਬਣ ਕੇ ਉੱਪਰ ਬੱਦਲ ਬਣਦੇ ਆ, ਬੱਦਲਾਂ ਦੇ ਰਾਹੀਂ ਮੀਂਹ ਰਾਹੀਂ ਜਦੋਂ ਸਾਡੇ ਕੋਲ ਆਉਂਦਾ ਹੈ, ਅੰਮ੍ਰਿਤ ਬਣ ਜਾਂਦਾ। ਬਸ ਇੰਨੀ ਕੀ ਇਸ ਗੱਲ ਦੇ ਵਿੱਚ ਸਤਿਗੁਰੂ ਪਾਤਸ਼ਾਹ ਕਹਿੰਦੇ ਗੱਲ ਸਮਝਣ ਵਾਲੀ ਹੈ। ਕਈ ਵਾਰ ਸਿੱਧਾ ਗਿਆਨ ਆਪਣੇ ਬਲਬੂਤੇ ਤੇ ਇਕੱਠਾ ਕੀਤਾ ਹੋਇਆ ਜਾਣਕਾਰੀ ਇਨਸਾਨ ਇੰਨੀ ਇਕੱਠੀ ਕਰ ਲੈਂਦਾ, ਸਤਿਗੁਰੂ ਆਪ ਟਿਕਣਾ ਚਾਹੁੰਦੇ ਉਹ ਜਾਣਕਾਰੀ ਫਿਰ ਜਿਹੜੀ ਅੰਦਰ ਇੰਨੀ ਇਕੱਠੀ ਉਹ ਟਿਕਣੀ ਨਹੀਂ ਦਿੰਦੀ। ਅਧੂਰਾ ਗਿਆਨ ਇੰਨਾ ਇਕੱਠਾ ਕਰ ਲੈਂਦਾ ਉਹ ਪੂਰੇ ਨੂੰ ਥਾਂ ਹੀ ਨਹੀਂ ਦਿੰਦਾ। ਜਿਹੜਾ ਆਪਦੇ ਕੋਲ ਆ ਉਹਦੇ ਤੋਂ ਸੰਤੁਸ਼ਟ ਨਹੀਂ ਹੁੰਦਾ, ਦੂਸਰਾ ਕਿਤੋਂ ਲੈਣਾ ਨਹੀਂ ਚਾਹੁੰਦਾ। ਇਹ ਇੱਥੇ ਕਲੈਸ਼ ਹੋ ਜਾਂਦਾ, ਇੱਥੇ ਆ ਕੇ ਤਕਰਾਰ ਹੋ ਜਾਂਦਾ, ਜਿਹਦੀ ਕਰਕੇ ਉਹ ਬਹੁਤ ਲੰਬਾ ਸਮਾਂ ਭਟਕਣਾ ਵਿੱਚ ਆਪਣਾ ਸਮਾਂ ਹੀ ਖਰਾਬ ਕਰ ਦਿੰਦਾ। ਜਦੋਂ ਹੋਣਾ ਹੀ ਉਹਦੀ ਕਿਰਪਾ ਨਾਲ ਹੈ, ਜਦੋਂ ਹੋਣਾ ਹੀ ਉਹਦੀ ਮਿਹਰ ਦੀ ਨਜ਼ਰ ਔਰ ਬਖਸ਼ਿਸ਼ ਨਾਲ ਹੈ, ਤੇ ਪਾਤਸ਼ਾਹ ਕਹਿੰਦੇ ਪਹਿਲੇ ਹੀ ਉਹਨੂੰ ਅਰਦਾਸ ਕਰ ਲੈ। ਮਹਾਰਾਜ ਸਾਹਿਬ ਕਹ ਰਿਹਾ ਜਾ ਤੂੰ ਤੁਸੈ ਮਿਹਰਬਾਨ ਤਾਂ ਗੁਰ ਕਾ ਮੰਤਰ ਕਮਾਹੇ, ਜਾ ਤੂੰ ਤੁਸੈ ਮਿਹਰਬਾਨ ਤਾਂ ਨਾਨਕ ਸੱਚ ਸਮਾਹੇ। ਜੇ ਤੂੰ ਮਿਹਰਬਾਨ ਹੋਏਗਾ, ਜੇ ਤੇਰੀ ਕਿਰਪਾ ਹੋਏਗੀ ਤਾਂ ਹੀ ਮੈਂ ਤੇਰੇ 'ਚ ਸਮਾ ਸਕਦਾ, ਨਹੀਂ ਮੇਰੇ ਜ਼ੋਰ ਜਾਂ ਜੋਸ਼ ਦੀ ਕੋਈ ਗੱਲ ਨਹੀਂ ਇੱਥੇ। ਮੈਂ ਆਪਣੇ ਬਲਬੂਤੇ ਤੇ ਨਹੀਂ। ਬਾਬਾ ਫਰੀਦ ਸਾਹਿਬ ਦਾ ਇੱਕ ਬਚਨ ਬੜੇ ਕਮਾਲ ਦਾ ਵੈਸੇ ਧੰਨ ਗੁਰੂ ਨਾਨਕ ਦੇਵ ਪਾਤਸ਼ਾਹ ਦਾ ਉਹਨਾਂ ਦੇ ਪਾਵਨ ਸ਼ਲੋਕਾਂ ਵਿੱਚ ਵੀ ਜ਼ਿਕਰ ਹੈ। ਦਾਤੀ ਸਾਹਿਬ ਸੰਧੀਆਂ, ਦਾਤੀ ਦਾ ਮਤਲਬ ਦਾਤਾ, ਸਾਹਿਬ ਪਰਮਾਤਮਾ, ਸੰਧੀਆਂ ਦਾ ਮਤਲਬ ਦੀਆਂ। ਇਹ ਦਾਤਾਂ ਸਾਰੀਆਂ ਮੇਰੇ ਮਾਲਕ ਸਾਹਿਬ ਦੀਆਂ ਨੇ। ਕਿਆ ਚੱਲੇ ਇਸ ਨਾਲ? ਸਾਡਾ ਹੁਣ ਉਹਦੀਆਂ ਦਾਤਾਂ ਦੇ ਕੀ ਹੁਕਮ ਚੱਲ ਸਕਦਾ, ਕੀ ਮਰਜ਼ੀ ਚੱਲ ਸਕਦੀ ਹੈ? ਜਿਹਦੀਆਂ ਦਾਤਾਂ ਨੇ ਮਰਜ਼ੀ ਤਾਂ ਉਸੇ ਦੀ ਚੱਲਣੀ ਆ ਨਾ। ਅਸੀਂ ਤਾਂ ਸਿਰਫ ਬੇਨਤੀ ਕਰ ਸਕਦੇ ਹਾਂ, ਅਰਦਾਸ ਕਰ ਸਕਦੇ ਹਾਂ, ਜ਼ੋਰ ਤਾਂ ਕੋਈ ਨਹੀਂ ਨਾ। ਜਿਸ ਠਾਕੁਰ ਸਿਓ ਨਾਹੀ ਚਾਰਾ ਤਾਂ ਕੋ ਕੀਜੈ ਸਦ ਨਮਸਕਾਰਾ, ਉਹਦੇ ਤੇ ਜ਼ੋਰ ਕੋਈ ਨਹੀਂ ਚੱਲਦਾ, ਸਾਡਾ ਹੁਕਮ ਕੋਈ ਨਹੀਂ ਚੱਲ ਸਕਦਾ, ਸਿਰਫ ਅਰਦਾਸ ਕਰ ਸਕਦੇ ਹਾਂ। ਕਿਉਂਕਿ ਦਾਤਾਂ ਉਸੇ ਦੀਆਂ ਨੇ ਜਿਹੜਾ ਇਹਨਾਂ ਦਾਤਾਂ ਦਾ ਮਾਲਕ ਹੈ। ਇੱਕ ਜਾ ਗੰਦੇ ਨਾ ਲਹਾਨਾ, ਇੱਕ ਨਾ ਸੁੱਤਿਆਂ ਦੇ ਅਠਾਲ, ਕਈ ਆਪਣੇ ਜ਼ੋਰ ਦੇ ਨਾਲ ਜਾਗਦੇ ਹੋਏ ਕੋਸ਼ਿਸ਼ ਕਰਦੇ ਆ ਵੀ ਇਹ ਸਾਰਾ ਕੁਝ ਅਸੀਂ ਲੈ ਜਾਈਏ, ਪਰ ਸਤਿਗੁਰੂ ਕਹਿੰਦੇ ਜ਼ੋਰ ਨਾਲ ਨਹੀਂ, ਤੂੰ ਆਪਣਾ ਹੁਕਮ ਨਾ ਚਲਾ, ਅਰਦਾਸ ਕਰਕੇ ਲੈ ਜਾ। ਇੱਕ ਜਿਹੜੇ ਅਰਦਾਸ ਕਰਕੇ ਬੇਫਿਕਰੀ ਨਾਲ ਉਹਦੇ ਤੇ ਗੱਲ ਛੱਡ ਕੇ ਚਲੇ ਜਾਂਦੇ ਆ, ਇੱਕ ਨਾ ਸੁੱਤਿਆਂ ਦੇ ਅਠਾਲ ਉਹਨਾਂ ਦੀ ਬਾਹ ਫੜ ਕੇ ਸੁੱਤਿਆਂ ਨੂੰ ਸਤਿਗੁਰੂ ਜਗਾ ਕੇ ਰਹਿਮਤਾਂ ਦੇ ਨਾਲ ਉਹਨਾਂ ਦੀਆਂ ਝੋਲੀਆਂ ਭਰ ਦਿੰਦੇ ਨੇ। ਔਰ ਇਹ ਵੀ ਗੱਲ ਯਾਦ ਰੱਖਿਓ, ਉਹਦੀ ਕਿਰਪਾ, ਉਹਦੀ ਬਖਸ਼ਿਸ਼ ਕਦੋਂ ਵੀ ਕਿਸੇ ਵੇਲੇ ਵੀ ਵਰਤ ਸਕਦੀ ਹੈ। ਫਰੀਦਾ ਕਾਲੀ ਧੌਣੀ ਸਾਹਿਬ ਸਦਾ ਹੈ, ਜੇ ਕੋ ਚਿੱਤ ਕਰੇ ਪਰਮਾਤਮਾ। ਕਾਲੀ ਦਾੜੀ ਜਦੋਂ ਕਾਲੇ ਕੇਸ ਹੋਣ, ਜਦੋਂ ਚਿੱਟੇ ਹੋ ਜਾਣ, ਉਹ ਕਾਲੇ ਕੇਸ ਹੋਣ ਜਦੋਂ ਭਰ ਜਵਾਨੀ ਦਾ ਸਮਾਂ, ਉਦੋਂ ਵੀ ਉਹ ਪਰਮਾਤਮਾ ਮਿਲ ਸਕਦਾ ਹੈ। ਜਦੋਂ ਇਹ ਜੋਬਨ ਢਲਣਾ ਸ਼ੁਰੂ ਹੋ ਜਾਏ, ਬਜ਼ੁਰਗੀ ਆ ਜਾਏ, ਪਰਮਾਤਮਾ ਨੂੰ ਉਦੋਂ ਵੀ ਮਿਲਿਆ ਜਾ ਸਕਦਾ। ਆਪਣਾ ਲਾਇਆ ਪ੍ਰਮ ਨਾ ਲੱਗੀ, ਜੇ ਲੋਚੈ ਸਭ ਕੋਈ, ਇਹ ਪ੍ਰੇਮ ਪਿਆਲਾ ਖਸਮ ਕਾ। ਜੈ ਭਾਵੈ
ਤੈ ਦੇ। ਬਾਦਸ਼ਾਹ ਕਹਿੰਦੇ ਬਸ ਤੂੰ ਅਰਦਾਸਾਂ ਕਰ, ਜਦੋਂ ਤੇਰੀ ਦਾੜੀ ਕਾਲੀ ਭਰ ਜਵਾਨੀ ਦਾ ਸਮਾਂ ਹੋਇਆ ਤੂੰ ਅਰਦਾਸਾਂ ਕਰਦਾ ਰਹਿ, ਤੇ ਤੈਨੂੰ ਉਦੋਂ ਵੀ ਮਿਲ ਸਕਦਾ, ਉਦੋਂ ਵੀ ਦਾਤਾਂ ਨਾਲ ਨਵਾ ਸਕਦਾ, ਤੇਰੇ ਕੇਸ ਚਿੱਟੇ ਹੋ ਜਾਣ, ਤੂੰ ਬਜ਼ੁਰਗੀ ਵਿੱਚ ਬੁਢਾਪੇ 'ਚ ਕਦਮ ਰੱਖ ਜਾਏ, ਉਦੋਂ ਨਿਰਾਸ਼ ਨਹੀਂ ਹੋਣਾ, ਅਰਦਾਸ ਜਾਰੀ ਰੱਖ, ਇਹ ਤੈਨੂੰ ਬਜ਼ੁਰਗੀ ਵਿੱਚ ਵੀ ਜਾ ਕੇ ਉਹ ਪ੍ਰੇਮ ਦਾ ਪਿਆਲਾ ਬਖਸ਼ ਸਕਦਾ ਹੈ। ਮਿਲਣਾ ਉਹਨਾਂ ਨੂੰ ਹੈ ਜਿਹੜੇ ਹੁਕਮ ਵਿੱਚ ਚੱਲਣਗੇ ਤੇ ਉਹਨੂੰ ਆਪਣਾ ਆਪ ਸਮਰਪਣ ਕਰਕੇ ਚੱਲਣਗੇ। ਇੱਥੇ ਜ਼ੋਰ ਤੇ ਜੋਸ਼ ਵਾਲਿਆਂ ਦਾ ਕੁਛ ਨਹੀਂ ਵਟਿਆ ਜਾਣਾ, ਉਹਨਾਂ ਨੂੰ ਹੋਸ਼ ਤੋਂ ਕੰਮ ਲੈ ਕੇ ਸਮਰਪਣ ਕਰਨਾ ਹੋਏਗਾ। ਮਾਧੋ ਹਰ ਮੁਖ ਲਈ ਹੈ। ਸਤਿਗੁਰਾਂ ਨੇ ਬੜੇ ਕਮਾਲ ਦੇ ਵਚਨ ਧੰਨ ਗੁਰੂ ਅਰਜਨ ਦੇਵ ਪਾਤਸ਼ਾਹ ਕਹਿ ਰਿਹਾ, ਹਮ ਤੇ ਕਛੂ ਨਾ ਹੋਵੇ ਸੁਆਮੀ, ਜਿਉਂ ਰੱਖੋ ਤਿਉਂ ਨਹੀਂ ਹੈ। ਇੱਥੇ ਅਸੀਂ ਹੁਣ ਆਪਣੀ ਮਰਜ਼ੀ ਨਾਲ ਕੁਛ ਨਹੀਂ, ਜਿਵੇਂ ਤੈਨੂੰ ਪਾਉਂਦਾ ਹੈ। ਅੱਜ ਸਤਿਗੁਰਾਂ ਨੇ ਬੜਾ ਕਮਾਲ ਦਾ ਨਿਰਣਾ ਸਾਡੀ ਝੋਲੀ ਵਿੱਚ ਪਾਇਆ। ਜੇ ਭਗਤੀ ਕਰਨੀ ਹੈ ਨਾ, ਗੁਰੂ ਅਮਰਦਾਸ ਪਾਤਸ਼ਾਹ ਕਹਿੰਦੇ ਗੁਰੂ ਨੂੰ ਵਿੱਚ ਸ਼ਾਮਲ ਕਰਕੇ ਕਰ। ਸਿਮਰਨ ਕਰਨਾ, ਗੁਰੂ ਨੂੰ ਅਰਦਾਸ ਕਰਕੇ ਬੈਠਿਆ ਕਰ। ਜੇ ਨਿਤਨੇਮ ਵੀ ਕਰਨਾ ਤਾਂ ਵੀ ਇੱਕ ਅਰਦਾਸ ਪਹਿਲਾਂ ਕਰ ਲਿਆ ਕਰ, ਪਾਤਸ਼ਾਹ ਤੁਸੀਂ ਕਰਾਉਣ ਲੱਗੇ ਹੋ, ਕਿਰਪਾ ਕਰੋ, ਹਾਜ਼ਰ ਰਹੋ, ਮੇਰਾ ਮਨ ਵੀ ਹਾਜ਼ਰ ਰਵੇ, ਤੁਸੀਂ ਵੀ ਹਾਜ਼ਰ ਰਹੋ। ਨਹੀਂ ਇਹ ਮਨ ਦੌੜ ਜਾਂਦਾ ਹੈ तो मैंने कहते क्या किछ करे के करने हारा, क्या इस हाथ विचारे इंसान की कर सकता है, हथ बस की है, करन जोगा भी की है, मन कह किछ ना ही हाथ बंदे के हथ विच ही कुछ नहीं। जित तू लाभ हो तित ही लागा, पूर्ण खसम हमारे, जिथे तू पातशाह सानू लाउना असी लग जाने आ, साडे तां हथ वासी कुछ नहीं है, जिथे तू बिठाउना असी बैठ जाने आ। असी अपनी मर्जी नाल, हुण जे आपां कहिए मर्जी नाल गुरु घर आगे नहीं आए, मर्जी नाल तुसीं किते होर चले जाओ, ये नहीं सोचना भी अज वेले सी, मर्जी मन कीता भी आ गए, नहीं, ये सब कुछ ओदे हुक्म में चल रहा। करो कृपा सर्व के दाते, एक रूप ले ला, जे सारा कुछ परमात्मा तेरे हुक्म में चल रहा है, सारा कुछ तुहाडे हुक्म में चल रहा, हुण एक कृपा होर कर दिओ। जे ये सारा कुछ तेरी कृपा नाल हो रहा है, एक कृपा अज होर कर दिओ, एक रूप लिव लावो, एक परमात्मा दे चरनां नाल सानू जोड़ दिओ। साडी लिव उस सत चित आनंद स्वरूप जिहड़ा सारियां जगह ते सर्व व्यापक है, उस परमात्मा नाल साडी लिव जोड़ दिओ। नानक की बेनंती हर पै अपना नाम जपावो, असी तैनू मिलना चाहुंदे हां, तेरा नाम जपना चाहुंदे हां, किरपा करके सतगुरु पातशाह सानू अपना नाम जपावो, अपने चरनां नाल जोड़ो, ताकि साडा जीवन सफल हो सके, असी भगती करके सतगुरु तुहाडे राही परमात्मा तक पहुंच सकीए। आओ धन गुरु अमरदास साहब किवें कह रहे ने, पावन पवित्र इन्हां श्लोकां दा पाठ सरवण करिए ते विचार नाल जुड़िए जी। बिन सतगुर भगत ना होवई, नाम ना लगै प्यार। गुरु अमरदास पातशाह कहते हैं भाई, गुरु दी शरण पैण तो बिना, शरण भाव हर वेले गुरु नूं याद रखण तो बिना, गुरु तुहाडी सिमरती विच वसी ना, तुसीं को परमात्मा तक चले जाइए, नहीं होना। सेवना दा और सिमरन दा गुरु दी शरण विच रहण दे अर्थ ही आ कि हर वेले गुरु तुहाडी सिमरती, तुहाडी याद, तुहाडी सोच विच रहे। एक पल करके भी कदे सिमरन करके ਉਹਦੇ ਨਾਲੋਂ ਵਿਛੋੜਾ ਨਾ ਪਵੇ। ਤੁਸੀਂ ਦੁਨੀਆ 'ਚ ਜਿੱਥੇ ਮਰਜੀ ਫਿਰੋ, ਪਰ ਤੁਹਾਡੇ ਯਾਦ ਚੇਤੇ ਵਿੱਚੋਂ ਪਰਮਾਤਮਾ ਦਾ ਨਾਮ, ਗੁਰੂ ਦਾ ਨਾਮ ਹੋਣਾ ਜ਼ਰੂਰੀ ਹੈ। ਜਿੱਥੇ ਵੀ ਕਿਤੇ ਹੋ, ਪਰ ਕਈ ਇਹੋ ਜਿਹੀਆਂ ਥਾਵਾਂ ਤੇ ਸਾਡੇ ਸਿੱਖ ਭਰਾ ਬੈਠੇ ਆ, ਚਾਹੇ ਉਹ ਸਰਕਾਰੀ ਨੌਕਰੀਆਂ ਦੇ ਜ਼ਰੀਏ ਨੇ, ਚਾਹੇ ਉਹ ਕੋਈ ਬਿਜ਼ਨਸ ਦੇ ਅਕੋਰਡਿੰਗ ਗਏ ਨੇ, ਕਈ ਮਹੀਨੇ ਗੁਰੂ ਘਰ ਨਹੀਂ ਜਾਇਆ ਜਾਂਦਾ, ਜਾਂ ਨੇੜੇ ਤੇੜੇ ਕੋਈ ਗੁਰੂ ਘਰ ਨਹੀਂ ਹੁੰਦਾ, ਤੇ ਕੀ ਹੁਣ ਉਹ ਇੱਕ ਸਮਝਾਂਗੇ ਵੀ ਗੁਰੂ ਦੀ ਸ਼ਰਨ ਵਿੱਚ ਹੀ ਨਹੀਂ ਗਏ। ਉਹਦਾ ਜੇ ਉਹ ਇਕੱਲੇ ਨੇ, ਗੁਰੂ ਘਰ ਨੇੜੇ ਨੇ, ਉਹਨਾਂ ਕੋਲੇ ਜਪਜੀ ਸਾਹਿਬ ਦਾ ਪਾਠ ਹੈ, ਉਹਨਾਂ ਨੂੰ ਸੁਖਮਨੀ ਸਾਹਿਬ ਆਉਂਦਾ ਹੈ, ਉਹਨਾਂ ਨੂੰ ਮੂਲ ਮੰਤਰ ਆਉਂਦਾ ਹੈ, ਉਹਨਾਂ ਨੂੰ ਨਿਤਨੇਮ ਦੀਆਂ ਬਾਣੀਆਂ ਯਾਦ ਨੇ, ਉਹਨਾਂ ਨੂੰ ਰਹਿਰਾਸ ਸਾਹਿਬ ਯਾਦ ਹੈ, ਭਾਵੇਂ ਕਿ ਗੁਰੂ ਦਰਬਾਰ ਵਿੱਚ ਨਹੀਂ ਵੀ ਜਾਇਆ ਗਿਆ, ਇਹਨਾਂ ਬਾਣੀਆਂ ਦੇ ਕਰਕੇ, ਗੁਰੂ ਦੇ ਸ਼ਬਦ ਕਰਕੇ, ਉਹ ਗੁਰੂ ਘਰ ਕੋਲ ਨਾ ਹੋਣ ਦੇ ਬਾਵਜੂਦ ਵੀ ਗੁਰੂ ਦੀ ਸ਼ਰਨ ਵਿੱਚ ਨੇ। ਇੱਕ ਤਨ ਕਰਕੇ ਗੁਰੂ ਦੇ ਨੇੜੇ ਹੈ, ਇੱਕ ਮਨ ਕਰਕੇ ਗੁਰੂ ਦੇ ਨੇੜੇ ਹੈ। ਤਨ ਕਰਕੇ ਗੁਰੂ ਦੇ ਨੇੜੇ ਵਾਲਿਆਂ ਦੀ ਗਿਣਤੀ ਬਹੁਤ ਹੈ, ਲੇਕਿਨ ਮਨ ਕਰਕੇ ਗੁਰੂ ਦੇ ਨੇੜੇ ਵਾਲਿਆਂ ਦੀ ਗਿਣਤੀ ਬਹੁਤ ਘੱਟ ਹੈ। ਇਨਸਾਨ ਕਈ ਵਾਰ ਦੂਰ ਬੈਠਾ ਵੀ ਮਨ ਕਰਕੇ ਗੁਰੂ ਦੇ ਚਰਨਾਂ ਵਿੱਚ ਹੁੰਦਾ, ਜਿਵੇਂ ਭਾਈ ਗੋਂਦਾ ਕਾਬਲ ਦੇ ਵਿੱਚ ਬੈਠਾ, ਗੁਰੂ ਹਰਿਰਾਏ ਸਾਹਿਬ ਕੀਰਤਪੁਰ ਸਾਹਿਬ ਬੈਠਿਆ, ਇਹੋ ਜਿਹਾ ਆਪਣੇ ਮਨ ਨਾਲ, ਸੁਰਤ ਨਾਲ ਗੁਰੂ ਦੇ ਚਰਨ ਫੜੇ ਗੁਰੂ ਹਰਿਰਾਏ ਸਾਹਿਬ ਕਿੰਨੇ ਘੰਟੇ ਬੈਠੇ ਨੇ। ਭਾਈ ਬਿਧੀ ਚੰਦ ਵਰਗੇ ਮਨ ਕਰਕੇ ਗੁਰੂ ਦੇ ਨਾਲ ਨੇ, ਆਪਣਾ ਕਿ ਬਾਣੇ ਨੂੰ ਦਾਗ ਨਾ ਲੱਗੇ, ਇੱਕ ਗੁਰੂ ਘਰ, ਇੱਕ ਗੁਰੂ ਦੇ ਵੱਲੋਂ ਬਖਸ਼ੀ ਹੋਈ ਸੇਵਾ ਵਿੱਚ ਲੱਗਿਆ,
ਭਖਦੇ ਹੋਏ ਗਰਮ ਭੱਠਾਂ ਦੇ ਵਿੱਚ ਵੀ ਬਹਿਣਾ ਪਿਆ, ਗੁਰੂ ਨੂੰ ਮਨ ਵਿੱਚ ਵਸਾ ਕੇ ਬੈਠ ਗਏ। ਤਾਤੀ ਵਾਰ ਨਾਲ ਲੱਗ ਗਈ ਪਾਰ ਬ੍ਰਹਮ ਸ਼ਰਨਾਈ। गुर का वचन बसै जी नाले, जल नहीं डूबे तस्कर नहीं लेवै, पाहे ना साकै जाले। तो सतगुरु पातशाह कहते जेड़े भाई गुरु ਨੂੰ ਆਪਣੀ ਸੋਚ ਸਿਮਰਤੀ ਵਿੱਚ ਵਸਾ ਲੈਂਦੇ ਆ, ਆਪਣੇ ਹਿਰਦੇ ਵਿੱਚ ਵਸਾ ਲੈਂਦੇ ਆ, ਹਰ ਵੇਲੇ ਗੁਰੂ ਦੀ ਸ਼ਰਨ 'ਚ ਪੈ ਰਹਿੰਦੇ ਆ। ਔਰ ਗੁਰੂ ਦੀ ਸ਼ਰਨ ਵਿੱਚ ਪੈਣ ਤੋਂ ਬਿਨਾ परमात्मा की भगती नहीं हो सकती। परमात्मा के नाम में ਉਹਦਾ ਜਿਹੜਾ प्यार है, अंदरों स्नेह है, अंदरों हेत है, अंदरों ਜਿਹੜਾ मोह है, वो परमात्मा के प्यार ਵਿੱਚ नहीं बन सकता जी। जन नानक नाम आराध्या, गुर कै हेत प्यार। महाराज साहब कह रहे हैं कि गुरु के प्रेम प्यार ਵਿੱਚ ਰਹਿ ਕੇ ही परमात्मा का नाम सिमरिया जा सकता है। वार वार गल गुरु दी आ रही है। कल भी बेनती करी सी, हर रोज तकरीबन बचन आउंदे आ, बिन सतगुर किने ना पायो, बिन सतगुर किने ना पाया। गुरु तो बिना ना अज तक परमात्मा ने किसी को पाया ते ना ही कोई पा सकता है। जेड़ा भी गुरु कोल भावे कोई किसी होर धर्म का भी इंसान आया, जिग्यासू आया, तो उन्हें आके सब तो पहला गुरु तो गुरदीखिया मंगी, गुरु तो गुरु का शब्द मंगया, गुरु तो गुरु का उपदेश मंगया। जे ਉਹਦੇ अंदर पहला कोई विचारधारा होर वसी है, किसी की होर सिक्खी ਲਈ ਫਿਰਦਾ, ਪਾਤਸ਼ਾਹ ने कहा भाई पहला ਇਹ ਕੱਢਣੀ पएगी, फिर मैं अपनी गल रख सकता। पहला अपनी विचारधारा अपनी मत छड़ के फिर मैं तेनों अपनी मत देंगा। जे तू दो गल्लां करेगा भी गुरु कोल भी रह जा ते होर किसी नाल भी मेरा स्नेह बनया रहे, फिर ये गल्लां नहीं तेरे नाल निभणियां। क्योंकि सतगुरु पातशाह कहते तू मेरा बनेगा, मैं तेरा बनांगा। ये जन्मा जन्मां दी सांझ बननी है। ये कोई बिंद झट दियां, कोई घड़ी दो घड़ी, कोई थोड़े समय का ये मेला नहीं है। ये तो जुगां जुगंतरां दा मेला है, जुगां जुगंतरां दा मिलाप है। जिवें भाई जोगी ने कहा महाराज मैं तुहाडे जोगा, सतगुरु कहते फिर जे तू मेरे जोगा गुरु तेरे जोगा है। फिर गुरु ने ਉਹਦੇ नेड़े होकर ਉਹਨੂੰ दिखाया भी, क्योंकि मन का पता नहीं ना, ये पल पल जाके बदलता है। घर विच विआह हो रहा है, ਵਿਆਹ ਤੇ ਗੁਰੂ ਦਾ ਹੁਕਮ ਮਿਲਦਾ, ਵਿਆਹ ਛੱਡ ਕੇ ਤੁਰ ਪੈਂਦਾ ਵੀ ਗੁਰੂ ਦੇ ਹੁਕਮ ਤੋਂ ਵੱਡਾ ਕੁਝ ਨਹੀਂ ਹੈ। ਬੜਿਆਂ ਨੇ ਕਿਹਾ ਵੀ ਗੁਰੂ ਕਿਹੜਾ ਇੱਥੇ ਦੇਖਦਾ, ਤੂੰ ਆਨੰਦ ਕਾਰਜ ਕਰਾ ਕੇ ਵਿਆਹ ਦੀ ਸਾਰੀ ਸੰਪੂਰਨਤਾ ਤੋਂ ਬਾਅਦ ਕਹਿੰਦਾ ਨਹੀਂ ਬਸ ਹੁਕਮ ਆ ਗਿਆ ਮੈਂ ਜਾਣਾ। ਤੁਹਾਨੂੰ ਲੱਗਦਾ ਵੀ ਗੁਰੂ ਨਹੀਂ ਵੇਖਦਾ, ਗੁਰੂ ਤਾਂ ਮੇਰੇ ਨਾਲ ਹੈ, ਗੁਰੂ ਤਾਂ ਹਰ ਵੇਲੇ ਅੰਗ ਸੰਗ ਹੈ, ਮੈਂ ਨਹੀਂ ਰੁਕਣ ਵਾਲਾ। ਵਿਆਹ ਛੱਡ ਕੇ ਤੁਰ ਪਿਆ, ਲੇਕਿਨ ਹੁਸ਼ਿਆਰਪੁਰ ਆ ਕੇ ਮਨ ਵਿਗੜ ਗਿਆ, ਮਨ ਬਦਲ ਗਿਆ। ਜਿਹੜਾ ਘਰੇ ਕਹਿ ਕੇ ਤੁਰਿਆ ਵੀ ਗੁਰੂ ਵੇਖਦਾ ਹੈ, गुरु मेरे नाल है, वो मेरे अंग संग है, एक एक मेरे मन च जो ख्याल आ रहा, एक एक पल की रिपोर्ट गुरु कोल जाती है। हुशियारपुर आके कहता भी जेड़ा को मन च पाप आया कमाल है, इत्थे जेड़ा गुरु वेखदा है ओही भाई जोगा। लेकिन गुरु नाल वादा की होया सी, गुरु ने कहा मैं तेरे जोगा, गुरु कहना मैं तेरे जोगा। लेकिन आज भाई जोगा भुलदा जा रहा है कि गुरु नहीं वेखदा, पर सतगुरु कहते ये भुल गया मैं क्यों भुला। जे इस गल तो पिछे हट रहा भी इत्थे गुरु नहीं वेख रहा, मैं तो वेख ही रहा ना। मेरा सिख अज पाप अग विच डिग रहा, मेरा फर्ज बनता मैं इहनूं बचाउणा। धन गुरु गोबिंद सिंह साहब पातशाह सिख विद्वान लिखते हैं, साखीकार इतिहासकार लिखते हैं, एक पहरेदार का रूप बना के कलगी वाले ने उस पाप अग चों बचाया। गुरु इवें साझा जोड़ता है। सतगुरु इत्थे ये कोई दुनिया वाले रिश्ते नहीं है कि रात को रिश्ता जुड़िया ते दिन चढ़ते तक टुट जाए, ਇਹ ਉਹ ਰਿਸ਼ਤੇ ਨਹੀਂ। ਇੱਥੇ ਜਨਮਾਂ ਜਨਮਾਂ ਦੀਆਂ ਸਾਂਝਾਂ ਪੈਂਦੀਆਂ ਨੇ। ਇੱਥੇ ਤਾਂ ਲੋਕ ਤੇ ਪਰਲੋਕ ਦੀਆਂ ਸਾਂਝਾਂ ਪੈਂਦੀਆਂ ਨੇ। ਸਤਿਗੁਰੂ ਕਹਿੰਦੇ ਜਦੋਂ ਤੱਕ ਦੁਨੀਆ ਨੇ ਰਹਿਣਾ ਮੇਰਾ ਤੇਰਾ ਰਿਸ਼ਤਾ ਉਦੋਂ ਤੱਕ ਬਰਕਰਾਰ ਰਹੇਗਾ ਜਦੋਂ ਮੇਰਾ ਬਣ ਜਾਏਗਾ। ਇਸ ਲਈ ਇਹ ਸਾਰੀ ਰਹਿਮਤ ਪਾਈ ਸਤਿਗੁਰੂ ਪਾਤਸ਼ਾਹ ਦੇ ਪ੍ਰੇਮ ਪਿਆਰ ਵਿੱਚ ਰਹਿ ਕੇ ਪਰਮਾਤਮਾ ਦਾ ਨਾਮ ਤੇ ਉਹਦਾ ਸਿਮਰਨ ਹੋ ਸਕਦਾ ਹੈ। ਇਹਦੇ ਨਾਲ ਹੀ ਉਹਦੀਆਂ ਬਖਸ਼ਿਸ਼ਾਂ ਦੇ ਪਾਤਰ ਬਣਿਆ ਜਾ ਸਕਦਾ ਹੈ। ਲੋਭੀ ਕਾ ਵਿਸਾਹੂ ਨਾ ਕੀਜੈ, ਜੀ ਕਾ ਪਾਰ ਵਸਾਈ। ਧੰਨ ਗੁਰੂ ਅਮਰਦਾਸ ਪਾਤਸ਼ਾਹ ਜਿੱਥੇ ਨਾਮ ਜਪਣ ਦਾ ਹੁਕਮ ਦੇ ਰਹੇ ਆ, ਤਾਕੀਦ ਕਰ ਰਿਹਾ, ਉਪਦੇਸ਼ ਦੇ ਰਿਹਾ, ਇੱਕ ਡਾਇਰੈਕਸ਼ਨ ਦੇ ਰਿਹਾ, ਉਹਦੇ ਨਾਲ ਨਾਲ ਹਦਾਇਤਾਂ ਵੀ ਕਰ ਰਿਹਾ। ਕਿਉਂਕਿ ਅੱਛਾ ਟੀਚਰ, ਇੱਕ ਕਾਬਲ ਅਧਿਆਪਕ, एक समर्थ गुरु यही तो दी काबिलियत होंदी है। वो कल्ला अपने प्यारे नूं खुश करने वास्ते चंगियां चंगियां गल्लां नहीं कहंदा, वो जेड़ियां कोई रस्ते विच दुश्वारियां होणीआं ने, जिथों जिथों रोड टुटिया होया है, जिथों जिथों रोड दे विच खतरे दा समा संकेत होना, वो सारियां गल्लां तो आगाह भी करदा है भी जिंदगी विच भाई इहो जिहे वरतारे वरतने, इन्हां तो सुचेत रहना है।
ਗੁਰੂ ਸਾਹਿਬ ਨੂੰ ਅੰਗ ਸੰਗ ਲੈ ਕੇ ਚੱਲੇਗਾ, ਸਤਿਗੁਰੂ ਤੇਰੇ ਜੀਵਨ ਦਾ ਮਾਰਗਦਰਸ਼ਨ ਕਰਨਗੇ, ਆਪਣੇ ਆਪ ਤੈਨੂੰ ਇਹਨਾਂ ਤੋਂ ਬਚਾਅ ਵੀ ਤੇਰਾ ਕਰਨਗੇ। ਬਾਦਸ਼ਾਹ ਤੇ ਕੀ ਕਹਿ ਰਿਹਾ, ਕਹਿੰਦੇ ਭਾਈ ਨਾਮ ਜਪਣ ਵਾਲਿਆ ਇੱਕ ਗੱਲ ਦਾ ਚੇਤਾ ਰੱਖੀ, ਲੋਭੀ ਬੰਦੇ ਦਾ ਕਦੇ ਵਿਸਾਹ ਨਹੀਂ ਕਰਨਾ, ਲੋਭੀ ਬੰਦੇ ਦਾ ਕਦੇ ਵਿਸ਼ਵਾਸ ਨਹੀਂ ਕਰਨਾ। ਜਿੱਥੋਂ ਤੱਕ ਹੋ ਸਕੇ ਆਪਣੀ ਵਾਹ ਲਾ ਨਹੀਂ ਕਿ ਕਦੇ ਵੀ ਉਹ ਜੇ ਲਾਲਚੀ ਬੰਦੇ ਦਾ ਤੂੰ ਵਿਸਾਹ ਨਹੀਂ ਕਰਨਾ, ਉਹਦੇ ਤੇ ਕਦੇ ਵੀ ਵਿਸ਼ਵਾਸ ਔਰ ਭਰੋਸਾ ਨਹੀਂ ਕਰਨਾ ਜੀ। ਅੰਤ ਕਾਲ ਤਿੱਥੈ ਤੂੰ ਹੈ, ਜਿੱਥੈ ਨਾਥ ਨਾ ਪਾਏ। ਕਿਉਂਕਿ ਲਾਲਚੀ ਮਨੁੱਖ ਆਖਰ ਉਸ ਸਥਾਨ ਤੇ ਆ ਕੇ ਧੋਖਾ ਦੇ ਜਾਂਦਾ ਜਿੱਥੇ ਕੋਈ ਮਦਦਗਾਰ ਨਾ ਹੋਵੇ, ਜਿੱਥੇ ਕੋਈ ਆਪਣਾ ਨਾ ਹੋਵੇ, ਸਾਰੇ ਪਰਾਏ ਹੋਣ। ਆਪਾਂ ਦੁਨੀਆਦਾਰ ਸੰਸਾਰੀ ਲੋਕ ਸਾਰੇ ਬੈਠੇ ਆ, ਬੜਾ ਕੁਝ ਜ਼ਿੰਦਗੀ 'ਚ ਇਹੋ ਜਿਹੇ ਵਰਤਾਰੇ ਬੜੀ ਵਾਰ ਵਰਤੇ ਹੋਣਗੇ ਜਿਨ੍ਹਾਂ ਦੇ ਅਸੀਂ ਅੱਖਾਂ ਬੰਦ ਕਰਕੇ ਵਿਸ਼ਵਾਸ ਕੀਤਾ ਹੋਵੇਗਾ, ਲੇਕਿਨ ਉਹਨਾਂ ਨੇ ਇਹੋ ਜਿਹੀ ਥਾਂ ਤੇ ਆ ਕੇ ਪੱਲਾ ਛਡਾਇਆ ਜਿੱਥੇ ਅੱਗੇ ਕੁਛ ਦਿਸ ਰਿਹਾ ਸੀ ਨਾ ਪਿੱਛੇ ਕੁਛ ਦਿਸ ਰਿਹਾ ਸੀ। ਅਸਲ ਵਿੱਚ ਇਹ ਗੱਲਾਂ ਤੋਂ ਕਦੇ ਨਫ਼ਰਤ ਨਹੀਂ ਕਰਨੀ ਚਾਹੀਦੀ। ਇਹ ਗੱਲਾਂ ਸਾਨੂੰ ਪਰਮਾਤਮਾ ਨੂੰ ਮਿਲਣ ਦੀ ਸਾਡੇ ਮਨ ਵਿੱਚ ਇੱਕ ਬੜੀ ਜ਼ਬਰਦਸਤ ਤੜਪ ਪੈਦਾ ਕਰ ਦਿੰਦੀਆਂ। ਜਦੋਂ ਇਨਸਾਨ ਦਾ ਸੰਸਾਰ ਵੱਲੋਂ ਮਨ ਟੁੱਟਦਾ ਤਾਂ ਹੀ ਰੱਬ ਨਾਲ ਜੁੜੇਗਾ ਨਾ। ਜੇ ਸਾਰਾ ਕੁਝ ਸੰਸਾਰ 'ਚ ਹੀ ਪੂਰਾ ਹੋਈ ਜਾਵੇ ਫਿਰ ਨਿਰੰਕਾਰ ਤੋਂ ਕੀ ਲੈਣਾ। ਜਦੋਂ ਸੰਸਾਰ 'ਚ ਇਹੋ ਜਿਹੀਆਂ ਘਟਨਾਵਾਂ ਘਟਦੀਆਂ ਜਿਹੜੀਆਂ ਮਨ ਨੂੰ ਤੋੜਦੀਆਂ ਨੇ, ਵਿਸ਼ਵਾਸ ਨੂੰ ਤੋੜਦੀਆਂ ਨੇ, ਸੰਸਾਰ ਦੀ ਅਸਲ ਤਸਵੀਰ ਸਾਹਮਣੇ ਦਿਖਾਉਂਦੀਆਂ ਨੇ, ਜਿਹਨੂੰ ਗੁਰੂ ਤੇਗ ਬਹਾਦਰ ਸਾਹਿਬ ਨੇ ਕਿਹਾ ਜਗਤ ਮੈਂ ਝੂਠੀ ਦੇਖੀ ਪ੍ਰੀਤ। ਜਦੋਂ ਉਹ ਪ੍ਰੀਤ ਸੱਚਮੁੱਚ ਝੂਠੀ ਹੋ ਕੇ ਸਾਡੇ ਸਾਹਮਣੇ ਵਰਤਦੀ ਹੈ, ਜਿਹਨੂੰ ਮਾਰੇ ਕਹਿੰਦੇ ਆ ਸੁਖ ਮੈਂ ਬਹੁਤ ਸੰਗੀ ਪਏ ਦੁੱਖ ਮੈਂ ਸੰਗ ਨਾ ਪਏ। ਜਦੋਂ ਇਹ ਸਾਰਾ ਕੁਝ ਸਾਡੇ ਨਾਲ ਜ਼ਿੰਦਗੀ 'ਚ ਵਰਤਦਾ ਹੈ, ਜਿਹਨੂੰ ਮਾਰੇ ਕਹਿੰਦਾ ਜਾ ਕੋ ਮੁਸ਼ਕਲ ਅਤ ਬੜਾ ਢੋਈ ਕੋਈ ਨਾ ਦੇ ਲਾਗੂ ਹੋਏ ਦੁਸ਼ਮਣਾ ਸਾਖ ਪੇ ਭੱਜ ਖਲੇ ਸਭੋ ਭੱਜੈ ਆਸਰਾ ਚੁੱਕੈ ਸਭ ਅਸਰਾਓ। ਜਦੋਂ ਇਹ ਸਾਰਾ ਵਰਤਾਰਾ ਵਰਤਦਾ ਹੈ, ਉਸ ਤੋਂ ਬਾਅਦ ਕੀ ਹੁੰਦਾ ਹੈ? ਚਿੱਤ ਆਵੇ ਉਸ ਪਾਰ ਬ੍ਰਹਮ। ਫਿਰ ਪਾਰ ਬ੍ਰਹਮ ਚੇਤੇ ਆਉਂਦਾ ਜਦੋਂ ਸਾਰੇ ਪਾਸਿਆਂ ਤੋਂ ਮਨ ਟੁੱਟਦਾ ਹੈ। ਸਤਿਗੁਰੂ ਕਹਿੰਦੇ ਲੋਭੀ ਬੰਦੇ ਤੇ ਵਿਸ਼ਵਾਸ ਨਾ ਕਰੀ ਭਾਈ, ਉਹਨੇ ਉੱਥੇ ਧੋਖਾ ਦੇਣਾ ਜਿੱਥੇ ਕੋਈ ਮਦਦਗਾਰ ਨਹੀਂ ਹੋਏਗਾ, ਜਿੱਥੇ ਤੇਰਾ ਕਿਤੇ ਹੱਥ ਹੀ ਨਹੀਂ ਪੈਂਦਾ ਹੋਏਗਾ। ਤੇ ਫਿਰ ਵੀ ਉੱਥੇ ਤੂੰ ਨਿਰਾਸ਼ ਨਹੀਂ ਹੋਣਾ। ਜਿੱਥੇ ਕੋਈ ਨਹੀਂ ਹੁੰਦਾ ਉੱਥੇ ਪਰਮਾਤਮਾ ਹੁੰਦਾ ਹੈ। ਜਿੱਥੇ ਕੋਈ ਵੀ ਨਾ ਹੋਵੇ ਨਾ ਉੱਥੇ ਪਰਮਾਤਮਾ। ਇੱਕ ਵਾਰ ਬਾਬਾ ਫਰੀਦ ਸਾਹਿਬ ਗਏ ਕਬਰਸਤਾਨ 'ਚ। ਗੁਰੂ ਘਰ ਕੀ ਹੈ, ਗੁਰਬਾਣੀ ਕੀ ਹੈ, ਗੁਰੂ ਗ੍ਰੰਥ ਸਾਹਿਬ ਕੀ ਆ। ਗੁਰੂ ਘਰ 'ਚ ਬੈਠੇ ਹੁਣ ਧਿਆਨ ਨਾਲ ਸੁਣ ਕੇ ਜਾਇਓ। ਬਾਬਾ ਫਰੀਦ ਸਾਹਿਬ ਨੇ 3 ਕਬਰਾਂ ਵੇਖੀਆਂ। ਪਹਿਲੀ ਕਬਰ ਦੇ ਵਿੱਚ ਇੱਕ ਮੁਰਦੇ ਨੂੰ ਦਫਨਾਇਆ, ਉੱਤੇ ਮਿੱਟੀ ਪਾ ਦਿੱਤੀ। ਬਾਬਾ ਫਰੀਦ ਸਾਹਿਬ ਨੂੰ ਰੱਬ ਦੇ ਬਚਨ ਯਾਦ ਆਏ ਕਿ ਫਰੀਦਾ ਖਾਕ ਨਾ ਨਿੰਦੀ ਹੈ, ਖਾਕੂ ਜੇੜ ਨਾ ਕੋਈ, ਜੀਵਦਿਆਂ ਪੈਰਾਂ ਤਲੇ ਮੋਇਆ ਉੱਪਰ ਹੋਏ। ਐਵੇਂ ਲੋਕ ਮਿੱਟੀ ਤੋਂ ਨਫ਼ਰਤ ਕਰਦੇ, ਮਿੱਟੀ ਵਰਗਾ ਤਾਂ ਪਰਉਪਕਾਰੀ ਕੋਈ ਨਹੀਂ, ਜਿਉਂਦੇ ਬੰਦੇ ਦੇ ਪੈਰਾਂ ਥੱਲੇ ਮਰਨ ਤੋਂ ਬਾਅਦ ਪਰਦਾ ਪੈਂਦੀ ਹੈ। ਥੋੜਾ ਜਿਹਾ ਅੱਗੇ ਇੱਕ ਕਬਰ ਹੋਰ ਹੈ, ਉੱਥੇ ਇੱਕ ਮੁਰਦੇ ਨੂੰ ਪਾਇਆ ਹੋਇਆ, ਦਫਨਾਉਣਾ ਹਜੇ ਮਿੱਟੀ ਪਾਉਣੀ ਹੈ, ਇੱਕ ਪਾਸੇ ਪਿਆ, ਲੇਕਿਨ ਉਹਦੇ ਕਹਿੰਦੇ ਨੇ ਸਰੀਰ 'ਚ ਕੀੜੇ ਗਰਮ ਚੱਲ ਰਹੇ ਆ। ਦੂਰਦੇਸ਼ੀ ਨਾਲ ਵੇਖਿਆ ਤੇ ਦ੍ਰਿਸ਼ਟੀ ਨਾਲ ਵੇਖਿਆ, ਪੌਣੇ ਦਾ ਰਾਜਾ ਹੈ। ਉਹ ਰਾਜਾ ਜਿਹਨੇ ਆਪਣੇ ਨੌਕਰਾਂ ਨੂੰ ਇੱਕ ਦਿਨ ਉਹਦੀ ਸਿਹਤ ਸਾਫ਼ ਨਹੀਂ ਸੀ ਚੰਗੀ ਤਰ੍ਹਾਂ ਹੋਈ, ਇੱਕ ਕੁਛ ਚੁਭਣ ਵਾਲੀ ਚੀਜ਼ ਪਈ ਤੇ ਕੋਰੜਿਆਂ ਦੀਆਂ ਮਾਰਾਂ ਨਾਲ ਸਜਾ ਦਿੱਤੀ ਸੀ ਕਿ ਮੇਰਾ ਆਸਣ ਨਹੀਂ ਸਾਫ਼ ਕੀਤਾ, ਸਾਰੀ ਰਾਤ ਮੈਨੂੰ ਇੱਕ ਪਾਸੇ ਪੈ ਕੇ ਕੱਢਣੀ ਪਈ। ਬਾਬਾ ਫਰੀਦ ਸਾਹਿਬ ਕਹਿੰਦੇ ਉਹੀ ਰਾਜਾ ਹੈ ਜਿਹਨੂੰ ਇੱਕ ਪਾਸੇ ਇੱਕ ਰਾਤ ਪੈਣਾ ਔਖਾ ਹੋ ਗਿਆ ਸੀ। ਅੱਜ ਕਿੰਨੇ ਯੁੱਗ ਬੀਤ ਗਏ, ਇੱਕ ਪਾਸੇ ਪਏ। ਇੱਟ ਸਰਾਣੇ ਭੋਏ ਸਵਣ ਕੀੜਾ ਲੜਿਓ ਮਾਸ ਸਰਾਣੇ, ਇੱਟ ਖੈ ਕੋਈ ਚੰਗੇ ਸਰਾਣੇ ਨਹੀਂ। ਇੱਟ ਸਰਾਣੇ ਭੋਏ ਸਵਣ, ਅੱਜ ਮਖਮਲੀ ਸੇਜਾ ਨਹੀਂ, ਭੁੰਜੇ ਮਿੱਟੀ ਤੇ ਆਸਣ ਲੱਗਿਆ ਹੋਇਆ। ਕੀੜਾ ਲੜਿਓ ਮਾਸ, ਅੱਜ ਜਿਹਦੇ ਸਰੀਰ ਤੇ ਵਾਰ-ਵਾਰ ਅਤਰ ਫਰੇਲ ਛਿੜਕੇ ਜਾਂਦੇ ਸਨ, ਕੇਸਰ ਤੇ ਕਿਉੜੇ ਛਿੜਕੇ ਜਾਂਦੇ ਸਨ, ਅੱਜ ਉਹ ਸਰੀਰ ਨੂੰ ਕੀੜਿਆਂ ਨੇ 4 ਸਪੇਰਿਆਂ ਤੋਂ ਜਗੜਿਆ ਹੋਇਆ। ਕੀੜੇ ਖਾ ਰਹੇ, ਇੱਕ ਰਾਜੇ ਦਾ ਸਰੀਰ ਹੈ। ਇੱਟ ਸਰਾਣੇ ਭੋਏ ਸਵਣ ਕੀੜਾ ਲੜਿਓ ਮਾਸ, ਕੇ ਧੜਿਆ ਜੁਗ ਵਾਪਰੇ ਇੱਕ ਤਪਿਆ ਪਾਸ। ਜਿਹਨੂੰ ਇੱਕ ਰਾਤ ਇੱਕ ਪਾਸੇ ਕੱਢਣੀ ਔਖੀ, ਅੱਜ ਕਿੰਨੇ ਯੁੱਗ ਬੀਤ ਗਏ ਇੱਕ ਪਾਸੇ ਪਿਆ। ਬਾਬਾ ਫਰੀਦ ਸਾਹਿਬ ਨੇ ਜਦੋਂ ਤੀਜੀ ਕਬਰ ਕੋਲ ਗਏ, ਇਹ ਕਬਰ ਪੁੱਟੀ ਹੈ ਲੇਕਿਨ ਮੁਰਦਾ ਕੋਈ ਨਹੀਂ ਆ। ਉਸ ਕਬਰ ਨੂੰ ਵੇਖਿਆ, ਅੱਗੇ ਤੁਰ ਪਏ। ਜਦੋਂ ਤੁਰਨ ਲੱਗੇ ਤਾਂ ਕਹਿੰਦੇ ਆ ਕਬਰ ਨੇ ਆਵਾਜ਼ ਮਾਰੀ, ਗੋਰ ਨਿਮਾਣੀ ਸੱਡ ਕਰੇ। ਸੱਡ ਆਵਾਜ਼ ਨੂੰ ਕਹਿੰਦੇ ਆ। ਉਸ ਗੋਰ ਨਿਮਾਣੀ ਕਬਰ ਨੇ ਆਵਾਜ਼ ਮਾਰੀ, ਨੇ ਧਰਿਆ ਕਰਵਾਓ ਭਾਈ, ਦੁਨੀਆ ਤੇ ਤੇਰਾ ਆਪਣਾ ਘਰ ਕੋਈ ਨਹੀਂ ਆ ਤੇ ਮੇਰੇ ਕੋਲ ਹੀ ਹੋਣਾ, ਤੂੰ ਹੁਣੀ ਆ ਮੇਰੇ ਕੋਲ ਆ। ਅਖੀਰ ਵੀ ਤੈਨੂੰ ਮੈਂ ਹੀ ਜਗ੍ਹਾ ਦੇਣੀ ਆ ਨਾ, ਜਦੋਂ ਘਰ ਵਾਲੇ ਤੈਨੂੰ ਰੱਖਣ ਤੋਂ ਜਵਾਬ ਦੇ ਦੇਣਗੇ ਫਿਰ ਮੈਂ ਹੀ ਸੰਭਾਲਾਂਗੀ।
मैथे सर पर आवना मरनों ना डरियाओ, अखीर को मेरे को आना मरण तो डरी ना। बाबा फरीद साहब रोके, रुकण तो बाद फिर तुर पे। फिर उन्हें फिर आवाज मार के कहा रोकता सही, मेरे गुण तो वेख ला, मेरे च गुण की ने। बाबा फरीद साहब ने कहा भी हाँ दस केड़ा गुण आ तेरे च? ਉਹ ਕਹਿੰਦੀ ਪਹਿਲਾ ਗੁਣ ਤਾਂ ਇਹ ਹੈ ਜਿਹਨੂੰ ਘਰ 'ਚ ਕੋਈ ਨਾ ਰੱਖੇ, ਦੁਨੀਆ 'ਚ ਕੋਈ ਨਾ ਰੱਖੇ, ਉਹ ਮੈਂ ਰੱਖਦੀ ਆ। ਦੂਸਰਾ ਗੁਣ ਉਹ ਕਹਿੰਦੀ ਦੁਨੀਆ ਬੇਪਰਦ ਜਿਹਨੂੰ ਕਰਦਾ ਜਦੋਂ ਇਨਸਾਨ ਮੁਰਦਾ ਹੋ ਗਿਆ, ਹੁਣ ਕੱਪੜਿਆਂ ਦੀ ਤਾਂ ਕੋਈ ਪਤਾ ਹੀ ਨਹੀਂ ਨਾ ਵੀ ਪਾਉਣੇ ਆ ਜਾਂ ਨਹੀਂ ਪਾਉਣੇ, ਪਏ ਆ ਜਾਂ ਨਹੀਂ ਪਏ, ਕਹਿੰਦੀ ਮੈਂ ਉਹਨੂੰ ਬੇਪਰਦੇ ਨੂੰ ਪਰਦਾ ਆਪਣਾ ਆਪ ਪਾ ਕੇ ਗੱਜਦੀਆਂ ਉਹਦਾ ਪਰਦਾ। ਤੀਸਰਾ ਗੁਣ ਕਬਰ ਨੇ ਕਿਹਾ ਜਿਹੜਾ ਮੇਰੇ ਕੋਲ ਆ ਜਾਏ ਫਰੀਦਾ, थोड़े समय बाद उन्होंने मैं अपना रूप दे के अपने वर्गा मिट्टी च मिट्टी मिला लेनी। बाबा फरीद साहब फिर कुछ ना बोले, फिर तुर पे। वो कहने लगी की गल गुण चंगे नहीं लगे मेरे? बाबा फरीद साहब कहते जेडे गुण तू अपने च दसिया ये गुण मेरे गुरु विच भी ने जिहदे नाल मैं जुड़िया। ਇਹਦਾ ਗੁਣ ਮੇਰੇ ਗੁਰੂ ਤੇਰੇ ਵਿੱਚ ਵੱਖਰਾ ਕੀ ਆ? ਉਹ ਕਹਿੰਦੀ ਤੇਰੇ ਗੁਰੂ 'ਚ ਗੁਣ ਕਿਹੜਾ? ਉਹ ਕਹਿੰਦਾ ਜਿਸ ਗੁਰੂ ਨਾਲ ਮੈਂ ਜੁੜਿਆ ਜਿਹਨੂੰ ਦੁਨੀਆ 'ਚ ਕੋਈ ਨਾ ਚੱਲੇ, ਦੁਨੀਆ ਜਿਹਨੂੰ ਥਾਂ ਨਾ ਦਵੇ, ਘਰ ਪਰਿਵਾਰ ਰਿਸ਼ਤੇਦਾਰ ਸਾਰੇ ਆਕੀ ਹੋ ਜਾਣ, ਉਹਨੂੰ ਤਾਂ ਲੱਗਿਆ ਹੋਇਆ ਨਿਸ਼ਾਨ ਸਾਹਿਬ ਆਵਾਜ਼ ਮਾਰ ਕੇ ਕਹਿੰਦਾ ਨੇ ਧਰਿਆ ਕਰ ਆਓ, ਜੇ ਦੁਨੀਆ 'ਚ ਤੈਨੂੰ ਕੋਈ ਨਹੀਂ ਚੱਲ ਰਿਹਾ ਮੇਰੇ ਕੋਲ ਆ ਜਾ, ਮੈਂ ਤੈਨੂੰ ਥਾਂ ਦਿਆ ਕਰ। ਉਹਨੇ ਕਿਹਾ ਦੂਸਰਾ ਗੁਣ ਵੀ ਮੈਂ ਪੜ੍ਹਦੇ ਵੱਜਦੀਆਂ। ਧੰਨ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਕਹਿੰਦੇ ਕੋਈ ਗੱਲ ਨਹੀਂ, ਜੇ ਦੁਨੀਆ ਬੇਪਰਦ ਕਰਨ ਲੱਗੀ ਆ ਤੂੰ ਮੇਰੇ ਕੋਲ ਆ। ਇਹ ਦਰ ਇਹੋ ਜਿਹਾ, ਇਹ ਘਰ ਇਹੋ ਜਿਹਾ। ਧੰਨ ਗੁਰੂ ਅਰਜਨ ਦੇਵ ਪਾਤਸ਼ਾਹ ਨੇ ਡੰਕੇ ਦੀ ਚੋਟ ਤੇ ਕਿਹਾ ਗਿਆਨ ਧਿਆਨ ਵਿੱਚ ਕਰਮ ਨਾ ਜਾਣਾ, ਸਾਰ ਨਾ ਜਾਣਾ ਤੇਰੀ ਸਭ ਤੇ ਵੱਡਾ ਸਤਿਗੁਰੂ ਨਾਨਕ ਜਿਨ ਕਲ ਰਾਖੀ ਮੇਰੀ। ਕਲਯੁਗ ਦੇ ਵਿੱਚ ਧੰਨ ਗੁਰੂ ਨਾਨਕ ਸਾਹਿਬ ਐਸੇ ਕਾਮਲ ਮੁਰਸ਼ਿਦ ਨੇ ਜਿਹੜੇ ਕਲਯੁਗ ਵਿੱਚ ਹਰ ਇੱਕ ਦੀ ਮੱਤ ਰੱਖ ਲੈਂਦੇ ਆ। ਪ੍ਰੇਮ ਪਟੋਲਾ ਤੈ ਸੋ ਦਿੱਤਾ ਢੱਕਣ ਕੂਪਤ ਮੇਰੀ, ਦਾਨਾ ਬੀਨਾ ਸਾਈ ਮੈਂਡਾ ਨਾਨਕ ਸਾਰ ਨਾ ਜਾਣਾ ਤੇਰੀ। ਤੈਂਡਾ ਸਿਮਰਨ ਹੱਕ ਚਲਤਮ ਵੇਖਮ ਨਾ ਡਿਠਮ ਕੋਈ, ਜਿਸ ਪਤ ਰਾਖੈ ਸਾਚਾ ਸਾਹਿਬ ਨਾਨਕ ਮੇਟ ਨਾ ਸਾਕੈ ਕੋਈ। ਜਿਹਦੇ ਉੱਤੇ ਆਪਣੀ ਬਖਸ਼ਿਸ਼ ਦਾ ਪਰਦਾ ਧੰਨ ਗੁਰੂ ਗ੍ਰੰਥ ਸਾਹਿਬ ਪਾ ਦੇਣ, ਉਹਨੂੰ ਕੋਈ ਬੇਪਰਦ ਨਹੀਂ ਕਰ ਸਕਦਾ। ਜਿਹਨੂੰ ਗੁਰੂ ਗ੍ਰੰਥ ਸਾਹਿਬ ਇੱਜ਼ਤ ਮਾਣ ਸਨਮਾਨ ਬਖਸ਼ ਦੇਣ, ਉਹਨੂੰ ਕੋਈ ਉਹਦਾ ਅਪਮਾਨ ਨਹੀਂ ਕਰ ਸਕਦਾ। ਉਹਨੂੰ ਤਾਂ ਹਰ ਪਲ ਸਤਿਗੁਰੂ ਆਪਣਾ ਨੇੜੇ ਹੋ ਕੇ ਉਹਦੇ ਵਰਤਦੇ ਨੇ। ਤੀਸਰਾ ਗੁਣ ਉਹਨੇ ਕਿਹਾ ਮੈਂ ਆਪਣਾ ਰੂਪ ਦੇ ਕੇ ਆਪਣੇ ਵਰਗਾ ਨੂੰ ਮਿੱਟੀ ਵਿੱਚ ਮਿੱਟੀ ਕਰ ਲੈਂਦੀ ਆ। ਧੰਨ ਗੁਰੂ ਗ੍ਰੰਥ ਸਾਹਿਬ ਕਹਿੰਦੇ ਮੇਰੇ ਕੋਲੇ ਕੋਈ ਆਵੇ ਤਾਂ ਸਹੀ, ਬੈਠੇ ਤਾਂ ਸਹੀ, ਮੈਂ ਉਹਨੂੰ ਆਪਣਾ ਸ਼ਬਦ ਦੇ ਦਿੰਦਾ, ਮੈਂ ਉਹਨੂੰ ਆਪਣਾ ਨਾਮ ਦੇ ਦਿੰਦਾ। ਜਦੋਂ ਉਹ ਕੋਈ ਨਾਮ ਜਪਦਾ ਰਹਿੰਦਾ, ਨਾਮ ਜਪਦਾ ਜਪਦਾ ਹਰ ਕਾ ਸੇਵਕ ਸੋ ਹਰ ਜੇਗਾ, ਭੇਦ ਨਾ ਜਾਣੋ ਮਾਨਸ ਦੇਗਾ। ਜਿਨ ਹਰ ਜਪਿਆ ਸੇ ਹਰ ਹੋਏ ਹਰ ਮਿਲਿਆ, ਕੇਲ ਕੇ ਲਾਲੀ ਜੀਓ। ਜਿਹਨੂੰ ਮੈਂ ਆਪਣਾ ਨਾਮ ਦੇ ਦੋ, ਨਾਮ ਜਪਦਾ ਜਪਦਾ ਇੱਕ ਦਿਨ ਮੇਰੇ ਵਰਗਾ ਹੀ ਬਣ ਜਾਂਦਾ। ਆਹ ਗੁਣ ਨੇ ਧੰਨ ਗੁਰੂ ਗ੍ਰੰਥ ਸਾਹਿਬ ਜੀ ਦੇ ਚਰਨਾਂ ਵਿੱਚ ਆਪਾਂ ਬੈਠੇ ਆ, ਇਸ ਲਈ ਕਦੇ ਨਿਰਾਸ਼ ਨਹੀਂ ਹੋਣਾ। ਔਰ ਧੰਨ ਗੁਰੂ ਅਮਰਦਾਸ ਪਾਤਸ਼ਾਹ ਕਹ ਰਿਹਾ ਲੋਭੀ ਬੰਦੇ ਤੋਂ ਬਚ ਭਾਈ, ਉਹਨੇ ਉੱਥੇ ਧੋਖਾ ਦੇਣਾ ਜਿੱਥੇ ਤੇਰਾ ਹੱਥ ਨਹੀਂ ਪੈਂਦਾ, ਪਰ ਉੱਥੇ ਹੱਥ ਧੰਨ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਦੇ ਚਰਨਾਂ ਨੂੰ ਪਾ ਲਈ, ਉੱਥੇ ਪਰਮਾਤਮਾ ਦੇ ਚਰਨਾਂ ਨੂੰ ਹੱਥ ਪਾ ਲਈ, ਤੇਰੇ ਉਹ ਮਦਦਗਾਰ ਬਣ ਜਾਣਗੇ। ਮਨੁਖ ਸੇਤੀ ਸੰਗ ਕਰੇ ਮੋਹਿ ਕਾਲਖ ਦਾਗ ਲਗਾਏ। ਆਪਣੇ ਮਨ ਦੇ ਪਿੱਛੇ ਤੁਰਨ ਵਾਲੇ ਮਨੁੱਖ ਨਾਲ ਜਿਹੜਾ ਮਨੁੱਖ ਸਾਥ ਬਣਾਈ ਰੱਖਦਾ ਹੈ, ਉਹ ਵੀ ਆਪਣੇ ਮੂੰਹ ਤੇ ਬਦਨਾਮੀ ਦੀ ਕਾਲਖ ਲਵਾ ਲੈਂਦਾ ਹੈ। ਮੁਹ ਕਾਲੇ ਤਿਨ ਲੋਭੀਆਂ ਜਾਸਨ ਜਨਮ ਗਵਾਏ। ਮਾਰੇ ਕਹਿੰਦੇ ਉਹਨਾਂ ਲੋਭੀ ਮਨੁੱਖਾਂ ਦੇ ਮੂੰਹ ਜਿਹੜੇ ਬਦਨਾਮੀ ਦੀ ਕਾਲਖ ਨਾਲ ਕਾਲੇ ਹੋਏ ਪਏ ਨੇ, ਉਹਨਾਂ ਦੇ ਕਲੰਕ। ਮੈਂ ਇੱਕ ਦਿਨ ਬੇਨਤੀ ਕਰੀ ਸੀ ਨਾ, ਕਾਜਲ ਤੋਂ ਕਾਲਾ ਕੀ ਹੁੰਦਾ ਹੈ? ਕਾਜਲ ਤੋਂ ਕਾਲਾ ਕਲੰਕ ਹੁੰਦਾ ਹੈ। ਜਿਹਨੂੰ ਇੱਕ ਵਾਰੀ ਲੱਗ ਜਾਏ, ਕਈ ਪੁਸ਼ਤਾਂ ਉਹ ਕਲੰਕ ਦਾ ਦਾਗ ਲੈਂਦੇ ਹੀ ਨਹੀਂ। ਉਹ ਖਾਨਦਾਨ ਦੇ ਪੀੜ੍ਹੀ ਦਰ ਪੀੜ੍ਹੀ ਪੁਸ਼ਤ ਦਰ ਪੁਸ਼ਤ ਉਹ ਨਾਲ ਚੱਲ ਪੈਂਦਾ ਹੈ। ਔਰ ਲੋਭੀ ਮਨਮੁਖ ਬੰਦਿਆਂ ਦੇ ਨਾਲ ਰਹਿਣ, ਉਹਨਾਂ ਦੇ ਮੂੰਹ ਤੇ ਹਰ ਵੇਲੇ ਬਦਨਾਮੀ ਦੀ ਕਾਲਖ ਲੱਗੀ ਹੋਈ ਹੈ। ਉਹਨਾਂ ਦੇ ਮੂੰਹ ਜਿਹੜੇ ਆ ਉਹ ਬਦਨਾਮੀ ਦੀ ਕਾਲਖ ਨਾਲ ਕਾਲੇ ਹੋਏ ਪਏ ਨੇ। ਲੋਭ ਔਰ ਲਾਲਚ ਦੇ ਕਲੰਕ ਲੱਗਿਆ ਹੋਇਆ। ਉਹ ਮਨੁੱਖ ਜਨਮ ਵਿਅਰਥ ਗਵਾ ਕੇ ਸੰਸਾਰ ਤੋਂ ਜਾਂਦੇ ਹਨ। ਸਤ ਸੰਗਤ ਹਰ ਮੇਲ ਪ੍ਰਭ ਹਰ ਨਾਮ ਵਸੈ ਮਨ ਹਾਈ। ਇਸ ਲਈ ਪਾਤਸ਼ਾਹ ਤੇਰੇ ਚਰਨਾਂ ਵਿੱਚ ਅਰਦਾਸ ਹੈ ਸਾਡੀ, ਤੇਰੇ ਚਰਨਾਂ ਵਿੱਚ ਸਿਮਰ ਬੇਨਤੀਆਂ ਹੁਕਮ ਨਹੀਂ ਹੈ। ਨਾਮ ਹੁਕਮ ਨਾ ਚੱਲੀ, ਨਾਲ ਖਸਮ ਚੱਲਿਆ। ਇੱਥੇ ਹੁਕਮ ਨਹੀਂ, ਇੱਥੇ ਅਰਦਾਸ ਚੱਲਦੀ ਹੈ। ਅਰਦਾਸ ਕੀ ਹੈ? ਪਾਤਸ਼ਾਹ ਤੁਸੀਂ ਜੋ ਕਿਰਪਾ ਕਰਕੇ ਦੱਸ ਰਹੇ ਹੋ, ਇਸ ਲਈ ਆਪਣੀ ਸਾਧ ਸੰਗਤ ਵਿੱਚ ਮਲਾਈ ਰੱਖ। ਸਾਧ ਸੰਗਤ ਵਿੱਚ ਰਿਹਾ ਹੀ ਹਰ ਨਾਮ ਧਨ ਵਿੱਚ ਵਸ ਸਕਦਾ ਹੈ।
ਸੰਗਤ ਵਿੱਚ ਬੈਠਿਆਂ ਹੀ ਸਾਡੇ ਅੰਦਰ ਨਾਮ ਧਨ ਦਾ ਖਜ਼ਾਨਾ ਇਕੱਠਾ ਹੋ ਸਕਦਾ ਹੈ। ਸੰਗਤ ਵਿੱਚ ਬੈਠਿਆਂ ਹੀ ਤੇਰੇ ਨਾਮ ਦੀ ਦਾਤ ਸਾਡੀ ਝੋਲੀ ਵਿੱਚ ਪੈ ਸਕਦੀ ਹੈ। ਜਨਮ ਮਰਨ ਕੀ ਮਲ ਉਤਰੈ ਜਦ ਨਾਨਕ ਹਰ ਗੁਣ ਗਾਏ। ਅਤੇ ਪਾਤਸ਼ਾਹ ਪਰਮਾਤਮਾ ਦੇ ਗੁਣ ਗਾ ਗਾ ਕੇ ਜਿਹੜੀ ਜਨਮ ਮਰਨ ਦੀ ਮੈਲ ਹੈ ਨਾ, ਵਿਕਾਰਾਂ ਦੀ ਮੈਲ ਆ, ਉਹ ਮਨ ਤੋਂ ਲੈ ਜਾਂਦੀ ਹੈ। ਮਨ ਨਿਰਮਲ ਸਵੱਛ ਉਜਲਾ ਹੋ ਜਾਂਦਾ ਹੈ, ਮਨ ਪਾਕ ਪਵਿੱਤਰ ਹੋ ਜਾਂਦਾ ਹੈ ਤੇ ਇਨਸਾਨ ਜਿਉਂਦੇ ਜੀ ਤੇਰਾ ਨਾਮ ਜਪ ਕੇ ਇਸ ਜੀਵਨ ਤੋਂ ਜਿਹੜਾ ਇਹ ਲਾਹਾ ਲੈਣ ਵਾਸਤੇ ਆਇਆ, ਜਿਸ ਵਕਰ ਕੋ ਲੈਣ ਤੋਂ ਆਇਆ, ਰਾਮ ਨਾਮ ਸੰਤਨ ਕਰ ਪਾਇਆ। ਜਿਹੜੀ ਰਾਮ ਨਾਮ ਦੀ ਦਾਤ, ਜਿਸ ਪਰਮਾਤਮਾ ਦੇ ਨਾਮ ਦਾ ਵਣਜ ਵਪਾਰ ਕਰਨ ਮਨੁੱਖਾ ਜਨਮ ਲੈ ਕੇ ਦੁਨੀਆ ਤੇ ਆਇਆ, ਫਿਰ ਉਹ ਨਾਮ ਦੀ ਦਾਤ ਤੇਰੀ ਸੰਗਤ ਵਿੱਚ ਬੈਠ ਕੇ ਤੇਰੇ ਚਰਨਾਂ ਤੋਂ ਲੈ ਕੇ ਉਸ ਨਾਮ ਨੂੰ ਜਪ ਕੇ ਮਨੁੱਖਾ ਜੀਵਨ ਸਫਲ ਕਰਕੇ ਇਸ ਦੁਨੀਆ ਤੋਂ ਮੁੱਖ ਉਜਲਾ ਲੈ ਕੇ ਪਰਮਾਤਮਾ ਦੇ ਘਰ ਵਿੱਚ ਜਾਂਦਾ ਹੈ। ਤੇ ਸਤਿਗੁਰੂ ਪਾਤਸ਼ਾਹ ਕਹਿੰਦੇ ਇਹੋ ਜਿਹੇ ਜੀਵਾਂ ਨੂੰ ਭਾਈ ਲੋਕ ਵਿੱਚ ਵੀ ਜੈ ਜੈਕਾਰਾਂ, ਉਹਨਾਂ ਦੀਆਂ ਪਰਲੋਕ ਵਿੱਚ ਵੀ ਜੈ ਜੈਕਾਰਾਂ ਹੁੰਦੀਆਂ ਨੇ, ਜਿਨ੍ਹਾਂ ਨੇ ਨਾਮ ਜਪ ਕੇ ਸੇਵਾ ਸਿਮਰਨ ਚੰਗੇ ਕਰਮ ਪਰਉਪਕਾਰ ਦੇ ਕਰਮ ਕਰਕੇ ਸਮਾਜ, ਦੇਸ਼, ਧਰਮ, ਕੌਮ ਪ੍ਰਤੀ ਆਪਣੇ ਫਰਜ਼ ਨਿਭਾ ਕੇ ਆਪਣੇ ਜੀਵਨ ਨੂੰ ਸਫਲ ਕੀਤਾ। ਉਹ ਇਹ ਲੋਕ ਸੁਖੀਏ ਪਰਲੋਕ ਸੁਹੇਲੇ ਨਾਨਕ ਹਰਿ ਪ੍ਰਭ ਆਪੇ ਮੇਲੇ ਦੇ ਭਾਗੀ ਬਣ ਕੇ ਸੰਸਾਰ ਤੋਂ ਜਾਂਦੇ ਨੇ। ਸਤਿਗੁਰੂ ਕਿਰਪਾ ਕਰਨ ਸਾਰਿਆਂ ਦਾ ਹੀ ਇਹ ਲੋਕ ਸੌਖਾ ਤੇ ਪਰਲੋਕ ਸੁਹੇਲਾ ਹੋਵੇ। ਤੁਹਾਨੂੰ ਸਾਰਿਆਂ ਨੂੰ ਸਤਿਗੁਰੂ ਨਾਮ ਦੀ ਦਾਤ, ਅਮਰ ਦੀ ਦਾਤ, ਬਾਣੀ ਬਾਣੀ ਦੀ ਦਾਤ, ਸਤਿਗੁਰਾਂ ਦੇ ਚਰਨਾਂ ਦੀ ਪ੍ਰੇਮਾ ਭਗਤੀ ਬਖਸ਼ਿਸ਼ ਕਰਨ। ਮੇਰੀ ਇਹ ਦਿਲੋਂ ਅਰਦਾਸ ਹੈ ਕਿ ਸਾਡੀ ਤੁਹਾਡੀ ਸਾਰਿਆਂ ਦੀ ਹੀ ਗੁਰੂ ਨਾਲ ਬਣ ਜਾਵੇ ਔਰ ਸਾਰੇ ਇੱਕ ਦੂਜੇ ਨੂੰ ਇਹ ਅਸੀਸ ਦਿਆ ਕਰੋ। ਦੇਵੋ ਸੱਜਣ ਅਸੀਸੜੀਆਂ ਜਿਉ ਹੋਵੇ ਸਾਹਿਬ ਸਿਓ, ਸਾਰਿਆਂ ਦਾ ਪਰਮਾਤਮਾ ਨਾਲ ਮਿਲਾਪ ਹੋਵੇ। ਇਹ ਇੱਕ ਦੂਸਰੇ ਨੂੰ ਸਾਰੇ ਮਨ ਤੋਂ ਅਸੀਸ ਦਿਆ ਕਰੋ। ਪਤਾ ਨਹੀਂ ਕਿਹਦੀ ਗੁਰੂ ਨੇ ਸੁਣ ਲੈਣੀ। ਇੰਨੀਆਂ ਬੇਨਤੀਆਂ